ਸੁਰਜੀਤ ਸਿੰਘ ਰਖੜਾ ਤੇ ਰਖੜਾ ਪਰਿਵਾਰ ਦੇ ਵੱਲੋਂ ਇਹ ਵੱਡੇ ਪੱਧਰ ਦੇ ਉੱਤੇ ਕਈ ਦਿਨਾਂ ਤੋਂ ਕਿਸਾਨਾਂ ਦੇ ਲਈ ਕੁੰਡਲੀ ਬਾਰਡਰ ਦੇ ਉੱਤੇ ਲੰਗਰ ਲਗਾਇਆ ਗਿਆ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ नहीं मैनू तो हूँ इतने 10-12 दिन हो गए जी यही काम से लग्या रोज़ पर लेकिन जी भी कोई किसी की सेवा पैंती हैगी आ उस तरह बंदा कर रहा है कि जरूरी नहीं इदा ही करे कोई समान भेज के करता कोई किदा करता है। सो NRI का बहुत बड़ा हत्थ है ये। ਅੱਜ ਕਿਸਾਨੀ ਦਾ ਦਰਦ ਹਰ NRI ਨੂੰ ਮਹਿਸੂਸ ਹੁੰਦਾ ਪਰ ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਫੰਡਿੰਗ ਨੂੰ ਲੈ ਕੇ ਸਵਾਲ ਬੜੇ ਖੜੇ ਕਰਦੇ ਨੇ। जिन्होंने कुछ नहीं करना होंगे ना वो सवाल पैदा करते हैं, जिन्हें कुछ करना है वो अपना काम करता है जी। ये जी सरकार है ना जी ये देख रही है भी किसान साहब थक जाएंगे, थकने वाले नहीं है। साढ़े NRI भरा बाहर बहुत बैठे ने। सो सरकार की कोशिश की थक के शायद ये थक टुट के वापस मुड़ जाएंगे, वापस मुड़ने वाला कोई नहीं है। ट्रैक्टर के जोड़े बंदे जाएंगे उन्होंने असीं राशन पानी पहुँचावे, चाह पानी पहुँचावे, प्रशादा पहुँचावे। जो ट्रैक्टर च डीजल मुकदा उन्होंने मगर डीजल पा के जावे। भी रहिंदे टेंट सानूं बहुत वधिया लगे, लंगर भी इन्हां दे छक के बहुत वधिया प्रबंध है इन्हां दे, जिद्दां कहण दी कोई गल तो भाजी हैंकड़बाजी आ कोई हुण देख लो पब्लिक इन्नी आई आ। असीं 10 किलोमीटर ते साडी ट्रैक्टर ट्राली लगा है जिद्दां साडे जो भी हल्के दे आ। असीं तुर के आए अगे तक असीं देख के आउणा जाके सारा ही जिद्दां असीं अगे भी आउणे आ जिद्दां विच चले जाईदा 2 दिन रह के फिर वापस चल जाईदा फिर आ जाईदा। जिद्दां हुण असीं परसों दे तुरे आ, कल असीं शामी इत्थे आण के पुल दे परले पासे साडीਆਂ ट्रालियां लगीਆਂ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਕੁੰਡਲੀ ਬਾਰਡਰ ਤੇ ਮੌਜੂਦ ਹਾਂ। ਕੱਲ 26 ਜਨਵਰੀ ਦੀ ਟਰੈਕਟਰ ਪਰੇਡ ਨਿਕਲਣੀ ਹੈ ਪਰ ਉਸ ਤੋਂ ਪਹਿਲਾਂ ਇਸ ਅੰਦੋਲਨ ਦੇ ਵਿੱਚ ਲਗਾਤਾਰ ਲੋਕਾਂ ਦੀ ਸ਼ਮੂਲੀਅਤ ਵੱਧ ਰਹੀ ਹੈ ਤੇ ਜੇ ਸ਼ਮੂਲੀਅਤ ਵੱਧ ਰਹੀ ਹੈ ਤਾਂ ਸਾਡੇ NRIਆਂ ਦਾ ਇਹਨਾਂ ਲੋਕਾਂ ਦੇ ਲਈ ਸੇਵਾਵਾਂ ਨੂੰ ਲੈ ਕੇ ਵੱਡਾ ਯੋਗਦਾਨ ਹੈ। ਤਸਵੀਰਾਂ ਤੁਸੀਂ ਦੇਖ ਰਹੇ ਹੋ ਸਵਰਗੀ ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਚੈਰੀਟੇਬਲ ਟਰਸਟ ਦੇ ਵੱਲੋਂ ਅਤੇ ਰਖੜਾ ਪਰਿਵਾਰ ਦੇ ਵੱਲੋਂ NRI ਦਰਸ਼ਨ ਸਿੰਘ ਧਾਲੀਵਾਲ 1000 ਪੰਪਾਂ ਦੇ ਮਾਲਕ ਨੇ, ਸਟੋਰਾਂ ਦੇ ਮਾਲਕ ਨੇ ਅਮਰੀਕਾ ਦੇ ਵਿੱਚ। ਉਹਨਾਂ ਦੇ ਬ੍ਰਦਰ ਚਰਨਜੀਤ ਸਿੰਘ ਧਾਲੀਵਾਲ, ਸੁਰਜੀਤ ਸਿੰਘ ਰਖੜਾ ਤੇ ਰਖੜਾ ਪਰਿਵਾਰ ਦੇ ਵੱਲੋਂ ਇਹ ਵੱਡੇ ਪੱਧਰ ਦੇ ਉੱਤੇ ਕਈ ਦਿਨਾਂ ਤੋਂ ਕਿਸਾਨਾਂ ਦੇ ਲਈ ਕੁੰਡਲੀ ਬਾਰਡਰ ਦੇ ਉੱਤੇ ਲੰਗਰ ਲਗਾਇਆ ਗਿਆ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਚਰਨਜੀਤ ਸਿੰਘ ਧਾਲੀਵਾਲ ਇੱਕ ਵੱਡੇ NRI ਨੇ, ਅਮਰੀਕਾ ਦੇ ਵਿੱਚ ਵੱਡੇ ਕਾਰੋਬਾਰ ਨੇ ਪਰ ਬਾਵਜੂਦ ਇਸ ਦੇ ਅੱਜ ਕਿਸਾਨਾਂ ਦੀ ਸੇਵਾ ਦੇ ਵਿੱਚ ਜੁਟੇ ਨੇ ਤੇ ਲਗਾਤਾਰ ਤਸਵੀਰਾਂ ਤੁਸੀਂ ਅੱਜ ਕੁੰਡਲੀ ਬਾਰਡਰ ਦੀਆਂ ਦੇਖ ਰਹੇ ਹੋ। ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ। ਚਰਨਜੀਤ ਸਿੰਘ ਧਾਲੀਵਾਲ ਸੇਵਾ ਕਰ ਰਹੇ ਨੇ, ਕਿਸਾਨਾਂ ਨੂੰ ਖੁਦ ਹੱਥੀਂ ਲੰਗਰ ਛਕਾ ਰਹੇ ਨੇ। ਬੜੇ ਸਵਾਲ ਵੀ ਉੱਠਦੇ ਨੇ NRIs ਨੂੰ ਲੈ ਕੇ, ਫੰਡਿੰਗ ਨੂੰ ਲੈ ਕੇ, ਪਰ NRIs ਲਗਾਤਾਰ ਡਟੇ ਨੇ। ਪੁਲਿਸ ਦੇ ਵੱਲੋਂ 에ਅਰਪੋਰਟ ਦੇ ਉੱਤੇ ਰਖੜਾ ਪਰਿਵਾਰ ਨੂੰ, ਦਰਸ਼ਨ ਸਿੰਘ ਧਾਲੀਵਾਲ ਜੀ, ਚਰਨਜੀਤ ਸਿੰਘ ਧਾਲੀਵਾਲ, ਉਹਨਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਕਈ ਘੰਟੇ ਪੁੱਛਗਿੱਛ ਕੀਤੀ ਗਈ ਪਰ ਇਸ ਦੇ ਬਾਵਜੂਦ ਨਾ ਤਾਂ ਦਰਸ਼ਨ ਸਿੰਘ ਧਾਲੀਵਾਲ ਡੋਲੇ ਤੇ ਨਾ ਹੀ ਚਰਨਜੀਤ ਸਿੰਘ ਧਾਲੀਵਾਲ ਡੋਲੇ ਤੇ ਨਾ ਹੀ ਰਖੜਾ ਪਰਿਵਾਰ ਸੁਰਜੀਤ ਸਿੰਘ ਰਖੜਾ ਡੋਲੇ। ਇਹ ਸੇਵਾਵਾਂ ਲਗਾਤਾਰ ਜਾਰੀ ਰਹੀਆਂ ਜੋ ਅੱਜ ਵੀ ਜਾਰੀ ਨੇ ਔਰ ਸੇਵਾਵਾਂ ਤੁਸੀਂ ਦੇਖ ਰਹੇ ਹੋ ਕਿ ਦਰਸ਼ਨ ਸਿੰਘ ਜੀ ਧਾਲੀਵਾਲ ਦੇ ਬ੍ਰਦਰ ਚਰਨਜੀਤ ਸਿੰਘ ਧਾਲੀਵਾਲ ਖੁਦ ਸੇਵਾ ਕਰ ਰਹੇ ਨੇ। ਚਰਨਜੀਤ ਸਿੰਘ ਜੀ ਸਵਾਗਤ ਹੈ ਤੁਹਾਡਾ ਹਮਦਰਦ। ਧੰਨਵਾਦ ਜੀ, ਧੰਨਵਾਦ, ਥੈਂਕ ਯੂ। ਸਿੰਘ ਜੀ ਅੱਜ NRI ਕਿਸਾਨਾਂ ਦੀ ਸੇਵਾ ਦੇ ਵਿੱਚ ਜੁਟੇ ਨੇ, ਵੱਡੇ ਪੱਧਰ ਦੇ ਉੱਤੇ ਯੋਗਦਾਨ ਰਖੜਾ ਪਰਿਵਾਰ ਦੇ ਵੱਲੋਂ, ਦਰਸ਼ਨ ਸਿੰਘ ਜੀ ਧਾਲੀਵਾਲ ਦੇ ਵੱਲੋਂ ਪਾਇਆ। ਕਿੱਦਾਂ ਦਾ ਮਹਿਸੂਸ ਕਰਦੇ ਹੋ ਇੱਥੇ ਸੇਵਾ ਖੁਦ ਆਪਣੇ ਹੱਥੀਂ ਕਰਕੇ? ਬਹੁਤ ਵਧੀਆ ਲੱਗ ਰਿਹਾ ਜੀ। ਦੇਖੋ ਸੰਗਤਾਂ ਆ ਰਹੀਆਂ ਨੇ ਬਹੁਤ ਦੂਰੋਂ ਚੱਲ ਕੇ 4-5 ਕਿਲੋਮੀਟਰ ਤੇ ਆ ਰਹੇ ਲੋਕ ਚੱਲ ਕੇ। ਰਾਤੀ ਵੀ ਅਸੀਂ 2 ਵਜੇ ਤੱਕ ਲੰਗਰ ਚੱਲਦਾ ਰਿਹਾ ਸਾਡਾ ਸਵੇਰ ਤੱਕ। ਸੋ ਬੜੀ ਵਧੀਆ ਗੱਲ ਹੈ, ਲੋਕ ਹੌਸਲੇ ਨਾਲ ਆ ਰਹੇ ਨੇ ਇੱਥੇ ਤੇ ਮੋਦੀ ਨੂੰ ਮਨਾ ਲੈਣਾ ਇਹਨਾਂ ਨੇ। ਚਰਨਜੀਤ ਸਿੰਘ ਜੀ ਬਹੁਤ ਆਪਾਂ ਵਾਰ ਦੇਖਦੇ ਆ ਵੀ NRI ਪੈਸੇ ਤਾਂ ਖਰਚ ਦਿੰਦਾ ਹੈ ਪਰ ਜਦੋਂ ਸੇਵਾ ਹੱਥੀਂ ਕਰਨ ਦੀ ਵਾਰੀ ਆਉਂਦੀ ਤਾਂ ਕਈ ਵਾਰ ਰੁਝੇਵਿਆਂ ਦੇ ਕਾਰਨ ਉਹ ਸੇਵਾ ਦੇ ਨਹੀਂ ਪਾਉਂਦਾ। ਪਰ ਮੈਂ ਤਸਵੀਰਾਂ ਦੇਖ ਰਿਹਾ ਤੁਸੀਂ ਖੁਦ ਅੱਜ ਕਿਸਾਨਾਂ ਦੀ ਸੇਵਾ ਦੇ ਵਿੱਚ ਜੁਟੇ ਹੋ। ਨਹੀਂ ਮੈਨੂੰ ਤੇ ਹੁਣ ਇੱਥੇ 10-12 ਦਿਨ ਹੋ ਗਏ ਜੀ ਇਹੀ ਕੰਮ ਤੇ ਲੱਗਿਆ रोज पर लेकिन जी भी कोई किसी की सेवा पैंती हैगी आ उस तरह बंदा कर रहा है कि जरूरी नहीं इदा ही करे कोई समान भेज के करता कोई किदा करता है। सो
NRIਆਂ ਦਾ ਬਹੁਤ ਵੱਡਾ ਹੱਥ ਹੈ ਇਹਦੇ ਵਿੱਚ। ਤੋ ਦਰਸ਼ਨ ਸਿੰਘ ਧਾਲੀਵਾਲ ਜੀ ਅੱਜ ਨਜ਼ਰ ਨਹੀਂ ਆ ਰਹੇ, ਸੁਰਜੀਤ ਸਿੰਘ ਜੀ ਰਖੜਾ ਜੀ ਅੱਜ ਨਜ਼ਰ ਨਹੀਂ ਆ ਰਹੇ ਨੇ, ਗਏ ਨੇ ਕਿਤੇ ਹੋਰ ਅਰੇਂਜਮੈਂਟ ਵਧਾਉਣ ਦੇ ਲਈ? ਰਖੜਾ ਸਾਹਿਬ ਪੰਜਾਬ 'ਚ ਹੀ ਨੇ ਅਜੇ, ਤੇ ਦਰਸ਼ਨ ਭਾਜੀ ਨੂੰ ਅਮਰੀਕਾ ਜਾਣਾ ਪੈ ਗਿਆ ਜ਼ਰੂਰੀ ਕੰਮ ਪਿੱਛੇ, ਪਰ ਸਾਡੇ ਤਿੰਨੇ ਭਾਈਆਂ 'ਚ ਇੱਕ ਜਾਣਾ ਉਰੇ ਜ਼ਰੂਰ ਪੱਕਾ ਰਹਿੰਦਾ ਹੈਗਾ ਜੀ। ਮੈਂ ਦੇਖ ਰਿਹਾ 10-12 ਦਿਨਾਂ ਤੋਂ ਕਿਸਾਨਾਂ ਦੇ ਨਾਲ ਇੱਕਦਮ ਘੁਲੇ ਮਿਲੇ ਹੋ, ਕਿਸਾਨੀ ਪਰਿਵਾਰ ਤੋਂ, ਕਿਸਾਨੀ ਕਰਦੇ ਵੀ ਰਹੇ ਹੋ, ਅਮਰੀਕਾ ਦੇ ਵਿੱਚ ਵੀ ਮਿਹਨਤਾਂ ਕਰਕੇ ਕਾਰੋਬਾਰ ਵੱਡੇ ਸੈਟਅਪ ਕੀਤੇ ਨੇ। ਅੱਜ ਕਿਸਾਨੀ ਦਾ ਦਰਦ ਹਰ NRI ਨੂੰ ਮਹਿਸੂਸ ਹੁੰਦਾ, ਪਰ ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਫੰਡਿੰਗ ਨੂੰ ਲੈ ਕੇ ਸਵਾਲ ਬੜੇ ਖੜੇ ਕਰਦੇ ਨੇ। ਜਿਨ੍ਹਾਂ ਨੇ ਕੁਝ ਨਹੀਂ ਕਰਨਾ ਹੁੰਦਾ ਨਾ ਉਹ ਸਵਾਲ ਪੈਦਾ ਕਰਦੇ ਨੇ, ਜਿਹਨੇ ਕੁਝ ਕਰਨਾ ਹੈਗਾ ਉਹ ਆਪਣਾ ਕੰਮ ਕਰਦਾ ਹੈਗਾ ਜੀ। ਸੋ ਜਿਹੜੇ ਕਹਿੰਦੇ ਨੇ ਕਿ ਫੰਡਿੰਗ ਹੈ, ਚੱਲੂਗਾ ਤਾਂ ਫੰਡਿੰਗ ਨਾਲ ਹੀ ਕਿਤੇ ਨਾ ਕਿਤੇ ਬਾਬਾ ਪੈਸੇ ਦੇਊਗਾ ਹੀ। ਸੋ ਇਹ ਤਾਂ ਬਹੁਤ ਉਹ ਹੈਗਾ, ਇੱਥੇ ਤਾਂ ਪਰਮਾਤਮਾ ਵਸ ਰਿਹਾ ਹੈਗਾ। ਮੈਂ ਨਾ ਦੇਖੋ ਇੱਥੇ ਤਾਂ 2-3 ਦਿਨ ਹੋ ਗਏ ਮੈਨੂੰ ਦੇਖਦੇ ਨੂੰ, ਜਿਹੜੀ ਚੀਜ਼ ਸੋਚੀਂਦੀ ਹੈਗੀ ਹੈ ਉਹੀ ਇੱਥੇ ਪੈਦਾ ਹੋ ਜਾਂਦੀ ਹੈ। ਇੱਕ ਦਿਨ ਅਸੀਂ ਮੇਰੀ ਗੱਡੀ ਲੈ ਗਿਆ, ਮੇਰੀ ਗੱਡੀ 'ਚ ਪੈਸੇ ਪਏ ਸੀ, ਸਾਨੂੰ ਸਮਾਨ ਚਾਹੀਦਾ ਸੀਗਾ। ਇੱਕ ਭਾਈ ਸਾਹਿਬ ਆਏ ਇੱਥੇ, ਜਦੇ 5 ਮਿੰਟ ਦੇ ਅੰਦਰ ਜਦੇ ਉਹ ਕਹਿੰਦੇ ਆਹ ਲੱਖ ਰੁਪਇਆ ਚੱਕੋ ਜੀ। ਸੋ ਇਦਾਂ ਕੋਈ ਨਹੀਂ। ਕੱਲ ਅਸੀਂ ਪਾਣੀ ਲੈ ਕੇ ਆਉਣਾ ਸੀਗਾ, ਪਾਣੀ ਸਾਡਾ ਟੈਂਕਰ ਜਾਮ ਹੋ ਗਿਆ ਉਧਰ ਟ੍ਰੈਫਿਕ ਦੇ ਵਿੱਚ। ਇਹ ਸੋਚਿਆ ਬੜਾ ਔਖਾ ਹੋ ਗਿਆ ਪਾਣੀ ਦੇ ਬਿਨਾਂ, ਪਤਾ ਨਹੀਂ ਕਿੱਧਰੋਂ ਕੋਈ ਭਾਈ ਸਾਹਿਬ ਆਏ 200 ਕੇਸ ਪਾਣੀ ਦੇ ਲਾ ਗਏ ਇੱਥੇ। ਸੋ ਇੱਥੇ ਤਾਂ ਪ੍ਰਮਾਤਮਾ ਆਪ ਵਸ ਰਿਹਾ ਹੈਗਾ, ਕਿਸੇ ਦੇ ਕਰਨ ਦੀ ਗੱਲ ਨਹੀਂ ਹੈਗੀ। ਇੱਥੇ ਕਿਸੇ ਚੀਜ਼ ਦੀ ਵੀ ਲੋੜ ਪਈ ਹੈ ਇੱਥੇ, ਕਿਸੇ ਦਾ ਘਾਟਾ ਨਹੀਂ ਪਿਆ ਹੈਗਾ। ਮੈਂ ਪਹਿਲੇ ਦਿਨ ਦੇਖ ਰਿਹਾ ਸੀਗਾ ਆਲੀਸ਼ਾਨ ਟੈਂਟ, ਆਪਾਂ ਤਸਵੀਰਾਂ ਲਗਾਤਾਰ ਦਿਖਾ ਵੀ ਰਹੇ ਆ ਵੀ ਬਹੁਤ ਵਧੀਆ ਟੈਂਟ, ਕਿਉਂਕਿ ਮੀਂਹ ਆਇਆ ਤਾਂ ਪਿੱਛੇ ਹਾਲਾਤ ਥੋੜੇ ਜਿਹੇ ਖਰਾਬ ਹੋ ਗਏ ਸੀ, ਪਰ ਉਸ ਤੋਂ ਬਾਅਦ ਜਿੱਦਾਂ ਤੁਸੀਂ ਉਪਰਾਲਾ ਕੀਤਾ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ, ਤਾਂ ਲੋਕ ਲਾਹਾ ਰਹਿ ਰਹੇ ਨੇ। ਕਿਸਾਨ ਬੁਕਿੰਗ ਹੋ ਰਹੀ ਹੈ ਟੈਂਟਾਂ ਦੀ ਪੂਰੀ। ਮੈਂ ਕਿਹਾ ਜੀ ਟੈਂਟ ਤਾਂ ਰਾਤੀ ਦੇਖਣਾ ਸੀਗਾ ਹਾਲ ਇੱਥੇ, ਕੋਈ ਬੰਦਾ ਵੀ ਅਸੀਂ ਵਾਪਸ ਨਹੀਂ ਭੇਜ ਰਹੇ। ਸਾਡੇ ਕੋਲ ਜਿੰਨੇ ਮਰਜ਼ੀ ਬੰਦੇ ਆ ਜਾਣ, ਸਾਡੇ ਕੋਲ 2000 ਆ ਜੇ 3000 ਆ ਜੇ, ਕਿਸੇ ਨੂੰ ਕੋਈ ਰੋਕ ਨਹੀਂ। ਜਿੰਨੇ ਬੰਦੇ ਨੇ ਸਭ ਨੂੰ ਅਸੀਂ ਕਿਹਾ ਹੋਇਆ ਹੈਗਾ, ਸਾਰਿਆਂ ਨੇ ਇੱਕ ਦੂਜੇ ਨੂੰ ਕਿਹਾ ਹੋਇਆ ਵੀ ਕਿਸੇ ਨੂੰ ਰੋਕਣਾ ਨਹੀਂ ਹੈਗਾ ਕਿਸੇ ਤੋਂ। ਜਿਹੜਾ ਆਉਂਦਾ ਆਉਣ ਦੋ, ਥੋੜੇ ਜਿਹਾ ਔਖੇ ਸੌਖੇ ਹੋ ਕੇ ਕਰ ਲਵਾਂਗੇ, ਕੋਈ ਗੱਲ ਨਹੀਂ। ਚਰਨਜੀਤ ਸਿੰਘ ਜੀ, ਫਿਰ ਅਮਰੀਕਾ ਦੇ ਵਿੱਚ ਵੀ ਵੱਡੇ ਕਾਰੋਬਾਰ ਨੇ, ਕਿਰਪਾ ਵਾਹਿਗੁਰੂ ਦੀ ਹੈ, ਮਿਹਨਤ ਕੀਤੀ ਹੈ ਤੁਸੀਂ, ਤਾਂ ਫਿਰ ਉਹ ਕਾਰੋਬਾਰ ਕਿਵੇਂ ਚੱਲ ਰਹੇ ਨੇ? ਦਿਮਾਗ ਤੇ ਟੈਨਸ਼ਨ ਤਾਂ ਨਹੀਂ ਰਹਿੰਦੀ ਵੀ ਮੈਂ ਆਪ ਇੱਥੇ ਰੁੱਝਿਆ ਪਰਿਵਾਰ? ਇੱਕ ਗੱਲ ਬਹੁਤ ਵੱਡੀ ਇੱਥੇ ਆ ਕੇ ਹੋਈ ਹੈ ਕਿ ਇੱਥੇ ਆ ਕੇ ਕੋਈ ਟੈਨਸ਼ਨ ਸਾਰੀਆਂ ਖਤਮ, ਕਿਉਂਕਿ 1 ਮਿੰਟ ਦਾ ਟਾਈਮ ਹੀ ਨਹੀਂ ਕਿਤੇ ਸੋਚਣ ਦਾ। ਸੋ ਉੱਥੇ ਦਰਸ਼ਨ ਭਾਜੀ ਗਏ ਨੇ, ਕੰਮਕਾਰ ਦੇਖ ਰਹੇ ਨੇ, ਤੇ ਕੋਈ ਕੰਮ ਤੇ ਬਾਬਾ ਹੀ ਕਰਾਉਂਦਾ, ਬਾਬੇ ਦਾ ਵੀ ਆਹ ਕੰਮ ਹੈ, ਸੋ ਉਹਨੇ ਆਪੇ ਠੀਕ ਕਰਨਾ ਸਾਰਾ ਕੁਝ। ਦਰਸ਼ਨ ਸਿੰਘ ਜੀ ਹੋਰੀ ਕਹਿੰਦੇ ਇੱਕ ਦਿਨ 에ਅਰਪੋਰਟ ਦੇ ਉੱਤੇ ਵੀ ਪੁੱਛਗਿੱਛ ਕੀਤੀ ਕਿ ਸਮਾਂ ਬੜਾ ਖਰਾਬ ਕੀਤਾ ਗਿਆ, ਕੀ ਗੱਲਬਾਤ ਹੋਈ ਸੀ ਉਸ ਦਿਨ? ਹਾਂਜੀ, ਉਹ ਜਦੋਂ ਵਾਪਸ ਗਏ ਨੇ ਜੀ ਇੱਥੋਂ, ਉਹਨਾਂ ਨੂੰ ਕਾਫੀ ਦਿੱਲੀ 에ਅਰਪੋਰਟ ਤੇ ਹਰਾਸ ਕੀਤਾ, 2-2.5 ਘੰਟੇ ਉਹਨਾਂ ਨੂੰ 에ਅਰਪੋਰਟ ਤੇ ਲਾਤੇ। ਇਹੀ ਕਿ ਨਾਨਸੈਂਸ ਦੀਆਂ ਗੱਲਾਂ, ਕਿੱਥੋਂ ਪੈਸੇ ਆਏ ਨੇ, ਕਿਵੇਂ ਕਰ ਰਹੇ ਹੋ, ਕਹਿੰਦੇ ਵੀ ਇਹ ਤੁਹਾਡਾ ਕੰਮ ਹੈ, ਚੈੱਕ ਕਰੋ ਕਿੱਥੋਂ ਆਏ ਨੇ ਪੈਸੇ। ਸੋ ਸਰਕਾਰ ਕਿਸੇ ਵੀ ਤਰੀਕੇ ਨਾਲ ਕੋਸ਼ਿਸ਼ ਕਰ ਰਹੀ ਸੀ ਵੀ ਡਿਸਕਰੇਜ ਕਰੀਏ ਇਹਨਾਂ ਨੂੰ, ਤੋਂ ਪਰਮਾਤਮਾ ਦੀ ਮਿਹਰ ਹੈ, ਕੋਈ ਡਿਸਕਰੇਜ ਵਾਲੀ ਗੱਲ ਨਹੀਂ ਹੈਗੀ। ਉਹ ਉਹਨਾਂ ਦਾ ਇੱਕ ਮੈਨੂੰ ਲੱਗਦਾ ਵੀ ਸ਼ਾਇਦ ਵਿਉਂਤ ਹੋਵੇ ਵੀ ਆਪਾਂ ਜਿਹੜੇ NRI ਅੱਜ ਸੇਵਾ ਕਰ ਰਹੇ ਨੇ, ਅੱਜ ਕਿਸਾਨਾਂ ਦੇ ਨਾਲ ਖੜੇ ਨੇ, ਵੀ ਸ਼ਾਇਦ ਇਹ ਡਰ ਕੇ ਵਾਪਸ ਚਲੇ ਜਾਣਗੇ, ਮੁੜ ਕੇ ਸੇਵਾ ਲਈ ਆਉਣ। ਬਿਲਕੁਲ ਇਹੀ ਗੱਲ ਹੈਗੀ ਹੈ, ਲੇਕਿਨ ਦਰਸ਼ਨ ਭਾਜੀ ਨੇ ਇਹ ਸੋਚ ਕੇ ਜਿੱਦੇ ਉਹਨਾਂ ਨੂੰ ਉੱਥੇ 에ਅਰਪੋਰਟ ਤੇ ਹਰਾਸ ਕੀਤਾ ਹੈਗਾ, ਤੇ ਉਹ ਕਹਿੰਦੇ ਮੈਂ ਤਾਂ ਵਾਪਸ ਆ ਰਿਹਾ ਆ, ਮੈਨੂੰ ਲੱਗਦਾ 1-2 ਤਰੀਕ ਦੇ ਲਾਗੇ ਉਹਨਾਂ ਨੇ ਫਿਰ ਵਾਪਸ ਆ ਜਾਣਾ ਹੈਗਾ ਜੀ ਇੱਥੇ। ਕਿਹੜੇ ਪੰਜਾਬ ਤੋਂ ਇੰਡੀਆ, ਮੈਨੂੰ ਲੱਗਦਾ ਅਮਰੀਕਾ ਤੋਂ ਇੰਡੀਆ, ਮੈਨੂੰ ਲੱਗਦਾ ਪਹਿਲਾਂ ਨਹੀਂ ਵੱਜੇ ਹੋਣਗੇ ਜਿੰਨੇ ਆ 15-20 ਮਹੀਨੇ ਦੇ ਵਿੱਚ ਵੱਜ ਗਏ। ਹਾਂ, ਨਹੀਂ ਬੜਾ ਫਰਕ ਪੈਂਦਾ ਹੈਗਾ ਜੀ, ਆਪਣੇ ਬੰਦਿਆਂ ਹੀ ਦਰਦ ਹੈ। ਜਿਸ ਦਿਨ ਉਹਨੇ ਬਾਰਿਸ਼ ਦੇਖੀ ਹੈ ਦਰਸ਼ਨ ਭਾਜੀ ਨੇ, ਉਸੇ ਦਿਨ ਹੀ ਉਹਨਾਂ ਨੇ ਕਿਹਾ, ਮੈਨੂੰ ਕਿਹਾ ਵੀ ਤੂੰ ਵਾਪਸ ਜਾ, ਉੱਥੇ ਜਾ ਕੇ ਟੈਂਟਾਂ ਦਾ ਇੰਤਜ਼ਾਮ ਕਰੋ। ਸੋ ਮੈਂ ਉਹਨਾਂ ਨਾਲੋਂ ਪਹਿਲਾਂ ਆ ਗਿਆ ਸੀਗਾ ਇੱਥੇ, ਤੇ ਆ ਕੇ ਟੈਂਟਾਂ ਟੂਟਾਂ ਦਾ ਇੰਤਜ਼ਾਮ ਕੀਤਾ, ਤੇ ਸਾਰਾ ਦੇਖੋ ਟਾਈਮ ਤੇ ਲੱਗ ਜਾਂਦਾ ਥੋੜਾ ਜਿਹਾ ਸੈਟਅਪ ਕਰਨ ਲਈ। ਸੋ ਬੜਾ ਬਾਬੇ ਦੀ ਮਿਹਰ ਨਾਲ ਬੜਾ ਵਧੀਆ ਸੈਟਅਪ ਹੋ ਗਿਆ ਸਾਡਾ ਇੱਥੇ। ਸੰਗਤ ਜਿੱਦਾਂ ਵੱਧ ਰਹੀ ਹੈ ਲਗਾਤਾਰ, ਕੱਲ 26 ਜਨਵਰੀ ਦੀ ਟਰੈਕਟਰ ਪਰੇਡ ਵੀ ਹੈ, ਤਾਂ ਇੰਤਜ਼ਾਮ ਵਧਾਏ ਗਏ ਨੇ, ਹੋਰ ਬਹੁਤ ਵਧਾਏ ਗਏ ਨੇ। ਕੱਲ ਤਾਂ ਕਿਸੇ ਨੂੰ ਹਿਸਾਬ ਕਿਤਾਬ ਹੀ ਨਹੀਂ ਕਿ ਕਿੰਨੇ ਬੰਦਿਆਂ ਨੇ ਪ੍ਰਸ਼ਾਦਾ ਛਕਿਆ ਹੈਗਾ। ਕੱਲ ਤਾਂ 50,000 ਬੰਦੇ ਤੋਂ ਅਸੀਂ ਉੱਪਰ ਲੱਗ ਗਿਆ ਹੋਣਾ। ਸਵੇਰ ਜੋ ਆ ਕੰਮ ਹੁਣ ਚੱਲ ਰਿਹਾ ਹੈਗਾ, ਰਾਤ ਦੇ 2 ਵਜੇ ਤੱਕ ਇਹੀ ਕੰਮ ਚੱਲਿਆ ਹੈਗਾ ਜੀ। ਹਾਂਜੀ, ਪੰਜਾਬ ਤੋਂ ਜਿਹੜੀ ਸੰਗਤ ਆ ਰਹੀ ਹੈ ਜਾਂ NRI ਬਹੁਤ ਸਾਰੇ ਤੁਹਾਡੇ ਨਾਲ ਸਹਿਯੋਗ ਕਰ ਰਹੇ ਨੇ, ਕੀ ਕਹਿਣਾ ਚਾਹੁੰਦੇ ਹੋ ਉਹਨਾਂ NRIs ਨੂੰ? ਦੇਖੋ ਸਾਰੇ NRI ਨੂੰ ਆਪਣਾ ਆਪਣਾ ਯੋਗਦਾਨ ਪਾਉਣਾ ਚਾਹੀਦਾ, ਕਿਸੇ ਵੀ ਤਰੀਕੇ ਨਾਲ ਹੋਵੇ। ਕੋਈ ਆ ਕੇ ਸੇਵਾ ਕਰਕੇ ਕਰ ਸਕਦਾ ਹੈ, ਕਿਸੇ ਨੂੰ ਕੋਈ 2 ਪੈਸੇ ਆਪਣੇ ਪਿੰਡਾਂ 'ਚ ਟਰਾਲੀਆਂ ਭੇਜ ਕੇ ਕਰ ਸਕਦਾ ਹੈ। ਸੋ ਜਿਸ ਤਰ੍ਹਾਂ ਵੀ ਹੈਗਾ, ਜ਼ਿਆਦਾਤਰ ਜਿਹੜੇ NRI ਹੈਗੇ ਨੇ ਕਿਸਾਨ ਹੀ ਨੇ, ਕਿਸਾਨਾਂ ਪਰਿਵਾਰਾਂ 'ਚੋਂ ਗਏ ਹੋਏ ਨੇ। ਸੋ ਕਿਸਾਨਾਂ ਦੀ ਉਹਨਾਂ ਨੂੰ ਮਦਦ ਕਰਨੀ ਚਾਹੀਦੀ ਹੈ ਬਿਲਕੁਲ ਆ ਕੇ। ਤਾਂ ਜਿਸ ਤਰੀਕੇ ਦੇ ਨਾਲ ਹੁਣ ਸਰਕਾਰ ਦਾ ਰਵੱਈਆ, 11 ਮੀਟਿੰਗਾਂ ਹੋ ਗਈਆਂ, ਬੇਸਿੱਟਾ ਰਹੀਆਂ ਨੇ, ਕੁਝ ਵੀ ਹੱਲ ਵਿੱਚੋਂ ਨਹੀਂ ਨਿਕਲ ਰਿਹਾ, ਕੀ ਲੱਗ ਰਿਹਾ ਵੀ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ ਜਾਂ ਸਰਕਾਰ ਕਿਸਾਨਾਂ ਦਾ ਹੱਲ ਕੱਢਣਾ ਨਹੀਂ ਚਾਹੁੰਦੀ? ਕਿਉਂਕਿ ਇੱਕ ਪਾਸੇ ਤਾਂ ਮੀਟਿੰਗਾਂ ਚੱਲ ਰਹੀਆਂ, ਦੂਸਰੇ ਪਾਸੇ ਕਹਿੰਦੇ ਕਾਨੂੰਨ ਰੱਦ ਕਰਨਾ ਹੀ ਨਹੀਂ, ਜੋ ਕਹਿਤਾ ਫਾਈਨਲ ਕਹਿ ਦਿੱਤਾ। ਇਹ ਜਿਹੜੀ ਸਰਕਾਰ ਹੈ ਨਾ ਜੀ, ਇਹ ਦੇਖ ਰਹੀ ਹੈ ਵੀ ਕਿਸਾਨ ਸਾਹਿਬ ਥੱਕ ਜਾਣਗੇ, ਥੱਕਣ ਵਾਲੇ ਨਹੀਂ ਹੈਗੇ। ਸਾਡੇ NRI ਭਰਾ ਬਾਹਰ ਬਹੁਤ ਬੈਠੇ ਨੇ,
ਸੋ ਸਰਕਾਰ ਦੀ ਕੋਸ਼ਿਸ਼ ਕੀ ਥੱਕ ਕੇ ਸ਼ਾਇਦ ਇਹ ਠੱਕ ਟੁੱਟ ਕੇ ਵਾਪਸ ਮੁੜ ਜਾਣਗੇ। ਵਾਪਸ ਮੁੜਨ ਵਾਲਾ ਕੋਈ ਨਹੀਂ ਹੈਗਾ ਇੱਥੇ। ਡਾਲਰਾਂ ਦਾ ਮੀਂਹ ਫਿਰ ਕਿਸਾਨਾਂ ਤੋਂ ਵਰਾ ਦੋਗੇ ਜਿੰਨੀ ਦੇਰ ਇਹ ਅੰਦੋਲਨ ਚੱਲੇਗਾ? ਕੋਈ ਰੌਲਾ ਹੀ ਨਹੀਂ ਜੀ ਇਸ ਚੀਜ਼ ਦਾ। ਇਹਦਾ ਡਾਲਰਾਂ ਦੀ ਉਹ ਗੱਲ ਨਹੀਂ, ਇਹਦਾ ਬਾਬੇ ਦੀ ਮਿਹਰ ਹੈਗੀ ਆ ਜੀ। ਬਾਬਾ ਆਪੀ ਭੇਜੀ ਜਾਂਦਾ ਸਾਰਾ ਕੁਝ। ਬਿਲਕੁਲ, ਇਹ ਚਰਨਜੀਤ ਸਿੰਘ ਧਾਲੀਵਾਲ ਖੁਦ ਸੇਵਾ ਕਰ ਰਹੇ ਨੇ। ਤਸਵੀਰਾਂ ਤੁਸੀਂ ਦੇਖ ਰਹੇ ਹੋ, ਬਹੁਤ ਸਾਰੇ ਸੇਵਾਦਾਰ ਵੀ। ਬਾਈ ਜੀ ਲੰਗਰ ਛਕਣ ਦੇ ਲਈ ਆਏ ਹੋ, ਕਿੱਥੋਂ ਆਏ ਹੋ, ਕੀ ਨਾਂ ਤੁਹਾਡਾ? ਇਹ ਜੀ ਮੈਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਆਇਆ ਵਾਂ। ਮੇਰਾ ਪਿੰਡ ਬਾਬਾ ਬਕਾਲਾ ਸਾਹਿਬ ਆ, ਉੱਥੋਂ ਆਇਆ ਮੈਂ। ਕੱਲ ਦੇ ਆਏ ਆ ਜੀ। ਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਜਿਹੜੇ ਵਾਟਰਪ੍ਰੂਫ ਟੈਂਟ ਵਗੈਰਾ ਮਿਲ ਰਹੇ ਨੇ ਸਾਰੇ ਵਧੀਆ ਮਿਲ ਰਹੇ ਨੇ। ਤੁਸੀਂ ਇੱਥੇ ਰਹਿ ਰਹੇ ਹੋ ਇਹਨਾਂ ਟੈਂਟਾਂ ਦੇ ਵਿੱਚ? ਹਾਂਜੀ ਹਾਂਜੀ, ਇਹਨਾਂ ਦਾ ਭਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਰਾਤੀ ਅਸੀਂ ਕੱਲ ਆਏ 10-11 ਵਜੇ ਤੇ ਤੁਰੰਤ ਸਾਨੂੰ ਇਹਨਾਂ ਨੇ ਟੈਂਟ ਦਿੱਤਾ ਤੇ ਉਹਦੇ ਵਿੱਚ ਅਸੀਂ ਰਹਿਣ ਬਸੇਰਾ ਕੀਤਾ। ਬਹੁਤ ਅਸੀਂ ਖੁਸ਼ ਹਾਂ ਇਹਨਾਂ ਦੀ ਸਹੂਲਤ ਤੋਂ। ਤੇ ਬਾਕੀ ਮੈਂ ਆਪਣੇ ਸਮੁੱਚੀ ਸਾਧ ਸੰਗਤ ਨੂੰ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣਾ ਚਾਹੁੰਦਾ। ਬਾਕੀ ਇਹ ਆ ਕਿ ਜਿਵੇਂ ਪੰਜਾਬ ਹੋਇਆ, ਹਰਿਆਣਾ ਹੋਇਆ, ਹੋਰ ਵੀ ਸਟੇਟਾਂ ਦੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਇੱਥੇ ਆਈਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਇਹ ਜਿੰਨਾ ਇਕੱਠ ਇੰਨੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਮੈਂ ਵੇਖਿਆ ਵਾ ਵੀ ਆਪਣੀ ਜਿਹੜੀ ਕਿਸਾਨ ਏਕਤਾ ਦਾ ਇੰਨਾ ਇਕੱਠ ਆ। ਹੁਣ ਅੱਗੇ ਤੋਂ ਇਹ ਕਿਸਾਨ ਏਕਤਾ ਜਿਹੜੀ ਆ ਆਪਣੀ ਸੋਚ ਸਮਝ ਕੇ ਆਪਣੇ ਹੱਕ ਹਕੂਕਾਂ ਦੇ ਹਿਸਾਬ ਨਾਲ ਆਪਣੀ ਵੋਟ ਦਾ ਜਿਹੜਾ ਵਾ ਇਸਤੇਮਾਲ ਕਰਨ ਤੇ ਆਪਣੀ ਸਰਕਾਰ ਵੱਖਰੀ ਬਣਾਉਣ। ਤੇ ਕਿਉਂਕਿ ਹੁਣ ਤੀਕਾਂ ਸੰਤਾਪ ਵੀ ਵੇਂਦੇ ਆਏ ਆ। ਬਿਲਕੁਲ ਬਿਲਕੁਲ, ਅੱਜ ਕਿਸਾਨ ਵੀ ਉਹੀ ਕਹਿ ਰਿਹਾ ਵੀ ਆਪਾਂ ਵੋਟ ਦਾ ਹੱਕ ਘੱਟੋ ਘੱਟ ਆਪਣੀ ਜ਼ਿੰਮੇਵਾਰੀ ਦੇ ਨਾਲ ਇਸਤੇਮਾਲ ਕਰੀਏ ਔਰ ਅਜਿਹਾ ਨੁਮਾਇੰਦਾ ਚੁਣੀਏ ਜਿਹੜਾ ਸਾਡੇ ਹੱਕਾਂ ਦੀ ਗੱਲ ਕਰੇ। ਦਰਸ਼ਨ ਸਿੰਘ ਧਾਲੀਵਾਲ, ਚਰਨਜੀਤ ਸਿੰਘ ਧਾਲੀਵਾਲ ਰਖੜਾ ਪਰਿਵਾਰ ਦੇ ਵੱਲੋਂ ਜੋ ਪ੍ਰਬੰਧ ਕੀਤੇ ਗਏ ਨੇ, ਇਹਨਾਂ ਪ੍ਰਬੰਧਾਂ ਦੀ ਦੇਖਰੇਖ ਕਰ ਰਹੇ ਨੇ ਜਥੇਦਾਰ ਜੀ ਸਾਡੇ ਨਾਲ ਨੇ। ਸਰ ਕੀ ਨਾਂ ਹੈ ਤੁਹਾਡਾ ਜੀ? ਜਸਵੀਰ ਸਿੰਘ ਤਲਵੰਡੀ। ਜਸਵੀਰ ਸਿੰਘ ਜੀ, ਪ੍ਰਬੰਧ ਤੁਹਾਡੇ ਆਸਰੇ ਛੱਡ ਕੇ ਦਰਸ਼ਨ ਸਿੰਘ ਧਾਲੀਵਾਲ ਜੀ ਅਮਰੀਕਾ ਗਏ ਨੇ। ਬਹੁਤ ਸਾਰੇ ਵਲੰਟੀਅਰ ਤੁਹਾਡੇ ਨਾਲ ਨੇ। ਬਾਬੇ ਨਾਨਕ ਦਾ ਕਿਰਪਾ ਹੈ ਉੱਤੇ, ਸਿਰ ਦੇ ਉੱਤੇ ਮਿਹਰ ਭਰਿਆ ਹੱਥ ਹੈ। ਕਿਵੇਂ ਚੱਲ ਰਹੇ ਨੇ ਪ੍ਰਬੰਧ? ਬਸ ਜਿਵੇਂ ਸੇਵਾ ਬਾਬੇ ਨਾਨਕ ਨੂੰ ਮਨਜ਼ੂਰ ਹੈ, ਸੇਵਾ ਕਰੀ ਜਾਂਦੇ ਹਾਂ ਸਵੇਰ ਤੋਂ ਰਾਤ ਤੱਕ ਜੀ। ਸੰਗਤ ਆਉਂਦੀ, ਉਹਨਾਂ ਨੂੰ ਜੀ ਆਇਆਂ ਕਿਹਾ ਜਾਂਦਾ, ਚਾਹ ਦਾ ਕੱਪ ਪਿਆਇਆ ਜਾਂਦਾ ਹੈ। ਉਸ ਤੋਂ ਬਾਅਦ ਉਹਨਾਂ ਨੂੰ ਲੰਗਰ ਵਾਸਤੇ ਬੇਨਤੀ ਕਰ ਦਿੰਦੇ ਆ ਤੇ ਚਾਹ ਤੋਂ ਬਾਅਦ ਲੰਗਰ ਤਿਆਰ ਹੁੰਦਾ ਹੈ ਜੀ। ਤੇ ਰਾਤ ਨੂੰ ਜਦੋਂ ਸ਼ਾਮਾਂ ਹੋ ਜਾਂਦੀਆਂ ਨੇ ਫਿਰ ਅਸੀਂ ਕਮਰੇ ਤੇ ਬੈੱਡ ਦੇ ਦਿੰਨੇ ਆ, ਬਿਸਤਰੇ ਦੇ ਦਿੰਨੇ ਆ, ਉਹਨਾਂ ਨੂੰ ਗੱਦੇ ਦੇ ਦਿੰਨੇ ਆ ਰਹਿਣ ਲਈ। ਜੇ ਕੋਈ ਸੈਪਰੇਟ ਮੰਗਦਾ ਤਾਂ ਉਹਨੂੰ ਕਮਰਾ ਅਲਾਟ ਕਰ ਦਿੰਨੇ ਆ ਜੀ। ਬਣਾਏ ਹੋਏ ਨੇ ਵਾਟਰ ਪ੍ਰੂਫ। ਫੈਮਿਲੀਜ਼ ਵੀ ਆ ਰਹੀਆਂ ਰਹਿ ਰਹੀਆਂ ਨੇ ਇੱਥੇ? ਆ ਰਹੇ ਨੇ, ਹਾਂਜੀ ਹਾਂਜੀ, ਕਾਫੀ ਲੇਡੀਜ਼ ਵੀ ਆ ਰਹੀਆਂ ਨੇ। ਦਰਸ਼ਨ ਸਿੰਘ ਜੀ ਧਾਲੀਵਾਲ ਕੋਈ ਖਾਸ ਸੁਨੇਹਾ ਦੇ ਕੇ ਗਏ ਹੁਣ ਰਖੜਾ ਸਾਹਿਬ? ਕੋਈ ਸੁਨੇਹਾ ਖਾਸ ਵੀ ਕਿਸਾਨਾਂ ਦੀ ਕੋਈ ਕਮੀ ਪੇਸ਼ੀ ਨਹੀਂ ਰਹਿਣੀ ਚਾਹੀਦੀ ਇੱਜ਼ਤ ਦੇ ਮਾਣ ਦੇ ਵਿੱਚ? ਪ੍ਰਭਾਵਿਤ ਹੋਏ ਜਦੋਂ ਮੀਂਹ ਪਿਆ ਸੀ ਨਾ ਪਿੱਛੇ ਆਪਣੇ ਮੋਰਚੇ ਤੇ, ਤਾਂ ਉਸ ਦਿਨ ਉਹ ਆਏ ਸੀ ਉੱਥੋਂ ਬਾਹਰੋਂ। ਤਾਂ ਉਹਨਾਂ ਨੇ ਉਸ ਦਿਨ ਆਰਡਰ ਕਰ ਦਿੱਤਾ ਸੀ ਵੀ ਮੇਰਾ ਮਨ ਬੜਾ ਖਰਾਬ ਹੋਇਆ ਵੇਖ ਕੇ ਵੀ ਕਿਸਾਨ ਬਾਹਰ ਠੰਡ 'ਚ ਪਿਆ ਏ, ਬਾਰਿਸ਼ ਪੈ ਰਹੀ ਏ, ਹੈਨਾ, ਤੇ ਵੀ ਉਹ ਬਹੁਤ ਪਰੇਸ਼ਾਨ ਹੋਏ। ਮੈਂ ਚਾਹੂੰਗਾ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਇਹ ਬੈਨਰ ਦਿਖਾ ਦਿੱਤਾ ਜਾਵੇ। ਸਵਰਗੀ ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਚੈਰੀਟੇਬਲ ਟਰਸਟ ਬਣਾਈ ਗਈ ਹੈ। ਦਰਸ਼ਨ ਸਿੰਘ ਧਾਲੀਵਾਲ, ਚਰਨਜੀਤ ਸਿੰਘ ਧਾਲੀਵਾਲ ਦੇ ਵੱਲੋਂ, ਰਖੜਾ ਪਰਿਵਾਰ ਦੇ ਵੱਲੋਂ ਇਹ ਟਰਸਟ ਦੇ ਇਹ ਜਿਹੜੀ ਹੈ ਬੈਨਰ ਹੇਠ ਇਹ ਲੰਗਰ ਪ੍ਰਬੰਧ ਕਿਸਾਨਾਂ ਦੇ ਲਈ ਚਲਾਏ ਜਾ ਰਹੇ ਨੇ। ਤਾਂ ਮੈਂ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣੀ ਚਾਹੂੰਗਾ। ਮੈਂ ਜਿਸ ਦਿਨ ਪਹਿਲੇ ਦਿਨ ਇੱਥੇ ਆਇਆ ਸੀਗਾ ਜਦੋਂ ਪ੍ਰਬੰਧ ਸ਼ੁਰੂ ਹੋਏ ਸੀਗੇ ਤਾਂ ਇਹ ਸਾਰਾ ਏਰੀਆ ਓਪਨ ਸੀਗਾ। ਤਾਂ ਇੱਥੇ ਕੁਝ ਕਾਰੀਗਰ ਜਿਹੜੇ ਨੇ ਉਹ ਸੰਗਤ ਦੇ ਲਈ, ਕਿਸਾਨਾਂ ਦੇ ਲਈ ਲੰਗਰ ਵਗੈਰਾ ਤਿਆਰ ਕਰ ਰਹੇ ਸੀ। ਪਰ ਅੱਜ ਮੈਂ ਤੁਹਾਨੂੰ ਦਿਖਾਵਾਂ ਤਾਂ ਇਹ ਏਰੀਆ ਇਸ ਟਾਈਮ ਬਿਲਕੁਲ ਇੱਥੇ ਮੈਦਾਨ ਦੇ ਵਿੱਚ ਡਟੇ ਹੋਏ ਨੇ ਸਾਡੇ ਜਿੰਨੇ ਵੀ ਕਾਰੀਗਰ ਨੇ, ਜਿੰਨੇ ਵੀ ਇੱਥੇ ਨੌਜਵਾਨ ਵੀਰ ਨੇ। ਸਾਡੇ ਨਾਲ ਉਹ ਠੇਕੇਦਾਰ ਭਾਈ ਸਾਹਿਬ ਜੀ ਵੀ ਨੇ ਜਿਨ੍ਹਾਂ ਦੇ ਵੱਲੋਂ ਇਹ ਪ੍ਰਬੰਧ ਜਿਹੜੀ ਦੀ ਜ਼ਿੰਮੇਵਾਰੀ ਲਈ ਗਈ ਹੈ। ਬਾਈ ਜੀ ਕਿਵੇਂ ਪ੍ਰਬੰਧ ਚੱਲ ਰਹੇ ਨੇ ਪਹਿਲੇ ਦਿਨ ਦੇ ਵਿੱਚ ਤੋਂ ਔਰ ਅੱਜ ਦੇ ਦਿਨ ਦੇ ਵਿੱਚ? ਕੀ ਫਰਕ ਮਹਿਸੂਸ ਕੀਤਾ? ਅੱਜ ਦੇ ਪਹਿਲੇ ਦਿਨ ਤੇ ਅੱਜ ਦੇ ਵਿੱਚ ਬਹੁਤ ਜ਼ਮੀਨ ਆਸਮਾਨ ਦਾ ਫਰਕ ਆਈ। ਪਹਿਲੇ ਨਾਲ ਸਾਡੇ ਕੋਲ ਹਜ਼ਾਰਾਂ ਦੇ ਵਿੱਚ ਬੰਦਾ ਸੀ, ਪਰ ਅੱਜ ਦੀ ਕਤਾਰ ਦੇ ਵਿੱਚ ਲੱਖਾਂ ਦੇ ਵਿੱਚ ਬੰਦਾ ਸਾਡੇ ਕੋਲ ਪਹੁੰਚ ਰਿਹਾ ਜੀ। ਕੱਲ ਤਕਰੀਬਨ ਅਸੀਂ 50,000 ਬੰਦੇ ਨੂੰ ਲੰਗਰ ਛਕਾਇਆ ਜੀ, ਤੇ ਅੱਜ ਮੈਨੂੰ ਉਮੀਦ ਆ ਕਿ ਲੱਖ ਬੰਦਾ ਕ੍ਰੋਸ ਕਰ ਦਾਂਗੇ ਅਸੀਂ। ਲਗਾਤਾਰ ਗਿਣਤੀ ਵੱਧ ਰਹੀ ਹੈ, ਮਹਿਸੂਸ ਕਰ ਰਹੇ ਹੋ? ਕਿਉਂਕਿ ਰਾਸ਼ਨ ਤੋਂ ਤਾਂ ਪੈਂਦੇ ਸੱਟੇ ਪਤਾ ਲੱਗ ਜਾਂਦਾ ਹੋਊਗਾ ਵੀ ਅੱਜ ਜੇ 20 ਕਿਲੋ ਚੌਲ ਧਰੇ ਤਾਂ ਤੇ 50 ਕਿਲੋ ਧਰਨੇ ਪੈ ਗਏ। ਅੱਜ ਦਾ ਭਾਈ ਜੀ ਸਾਡੇ ਕੋਲ ਪਹਿਲੇ ਦਿਨ ਹੀ ਅਸੀਂ 20 ਕਿਲੋ ਰੱਖਦੇ, ਅੱਜ ਸਾਡੇ ਕੋਲ ਕੁਆਂਟਲ ਚੌਲ ਬਣ ਰਿਹਾ। ਅੱਜ ਅਸੀਂ 10 ਕੁਆਂਟਲ ਚਾਵਲ ਬਣਾ ਚੁੱਕੇ ਉਦੋਂ ਪਹਿਲਾਂ। ਹਾਂਜੀ, ਤਾਂ ਫਿਰ ਪਿੱਛੋਂ ਪੂਰਾ ਹੱਥ ਹੈ ਪੂਰਾ ਦਰਸ਼ਨ ਸਿੰਘ ਧਾਲੀਵਾਲ ਹੋਣਾ ਦਾ, ਚਰਨਜੀਤ ਸਿੰਘ ਧਾਲੀਵਾਲ ਰਖੜਾ ਪਰਿਵਾਰ ਦਾ ਪੂਰਾ ਸੰਯੋਗ ਆ ਜੀ। ਜੋ ਕਿ ਜੀ ਕਹਿੰਦੇ ਕੁਆਂਟਲ ਦੇ ਹਿਸਾਬ ਨਾਲ ਆ ਰਹੀ ਆ, ਗੱਡੀਆਂ ਭਰ ਕੇ ਆ ਰਹੇ ਨੇ, ਕੋਈ ਦਿੱਕਤ ਦੀ ਗੱਲ ਨਹੀਂ ਜੀ। ਸਮਾਨ ਦੀ ਕੋਈ ਕਮੀ ਨਹੀਂ, ਪਕਾਨ 'ਚ ਕੋਈ ਕਮੀ ਨਹੀਂ, ਲੇਬਰ ਪੂਰੀ ਲੱਗੀ ਹੋਈ ਹੈ। ਦੇਖ ਰਿਹਾ ਅੱਜ ਮੈਨੂੰ ਖਾਣੇ ਦੇ ਵਿੱਚ ਦੱਸ ਦਿਓ ਵੀ ਕਿਸਾਨਾਂ ਲਈ ਅੱਜ ਤਿਆਰ ਕੀ ਕੀਤਾ? ਚਾਹ ਤੋਂ ਲੈ ਕੇ ਰਾਤ ਦੇ ਡਿਨਰ ਤੱਕ ਪਲਾਨ ਕੀ ਹੈਗਾ, ਪੂਰਾ ਸਕੇਜੂਲ ਕੀ ਹੈ ਅੱਜ ਭਾਈ ਜੀ? ਸਵੇਰੇ ਚਾਹ ਤੀ, ਚਾਹ ਤੋਂ ਬਾਅਦ ਹੁਣ ਰੋਟੀ ਦੇ ਨਾਲ ਰਾਜਮਾ ਚੱਲ ਰਹੀ ਆ, ਚਾਵਲ ਚੱਲ ਰਹੀ ਆ, ਪ੍ਰਸ਼ਾਦ ਚੱਲ ਰਿਹਾ ਨਾਲ ਸੂਜੀ ਦਾ। ਉਸ ਤੋਂ ਬਾਅਦ ਨਾਲ ਮਟਰ ਪਨੀਰ ਤਿਆਰ ਆ, ਸਾਡੇ ਕੋਲ ਮਿਕਸ ਸਬਜ਼ੀ ਤਿਆਰ ਆ। ਉਸ ਤੋਂ ਬਾਅਦ ਮੂੰਗੀ ਮਸਰੀ ਰਾਤ ਨੂੰ ਦਾਲ ਦਵਾਂਗੇ ਜੀ। ਅੱਜ ਨਾਲ ਕੜਾਹ ਵੀ ਚੱਲ ਰਿਹਾ, ਮੈਨੂੰ ਲੱਗ ਰਿਹਾ ਹਲਵਾ ਚੱਲ ਰਿਹਾ ਨਾਲ ਕਿਸਾਨਾਂ ਜੀ, ਪ੍ਰਸ਼ਾਦ ਚੱਲ ਰਿਹਾ ਜੀ ਪ੍ਰੋਪਰ। ਮਿੱਠਾ ਫਿਰ ਰੋਜ਼ ਦੀ ਰੁਟੀਨ ਦੇ ਵਿੱਚ ਰੱਖਦੇ ਹੋ ਜੀ? ਡੇਲੀ ਜੀ। ਸਵੇਰੇ ਅਸੀਂ ਪਕੌੜੇ ਵੀ ਦਿੰਨੇ ਆ, ਜਲੇਬੀਆਂ ਵੀ ਦਿੰਨੇ ਆ, ਕਦੇ ਕਦੇ ਬਦਲ ਦਿੰਨੇ ਆ। ਹਾਂ, ਲੱਡੂ ਵੀ ਤਿਆਰ ਹੈ,
ਸ਼ੱਕਰਪਾਰੇ ਤਿਆਰ ਨੇ, ਕੁਆਂਟਲਾਂ ਦੀ ਤਾਦਾਦ 'ਚ ਉਹ ਵੰਡ ਦਿੰਦੇ ਆ। ਮੂੰਗਫਲੀ ਆ, ਜਿਹੜੇ ਕੁਝ ਲੀਡਰ ਨੇ ਕਹਿੰਦੇ ਇਹ ਤਾਂ ਪਿਕਨਿਕ ਮਨਾ ਰਹੇ ਨੇ, ਜਲੇਬੀਆਂ ਵੀ ਖਾਂਦੇ ਨੇ, ਲੱਡੂ ਵੀ ਖਾਂਦੇ ਨੇ, ਪੀਜ਼ੇ ਵੀ ਖਾਂਦੇ ਨੇ। ਕਿਉਂ ਨਹੀਂ ਖਾ ਸਕਦੇ ਅਸੀਂ ਆਪਣੇ ਦੁੱਖ ਨੂੰ ਵੀ ਸੁੱਖਾਂ 'ਚ ਬਦਲਣ ਜਾਣਦੇ ਆ। ਜਦੋਂ ਅਸੀਂ ਵਿਸਾਖੀ ਮਨਾਉਂਦੇ ਆ ਉਦੋਂ ਹਾੜੀ ਵੀ ਵੱਢਦੇ ਹੁੰਦੇ ਆ, ਭੰਗੜੇ ਵੀ ਪਾਉਂਦੇ ਹੁੰਦੇ ਆ। ਤੇ ਜੇ ਸਾਡੇ ਗੁਰੂ ਸਾਹਿਬ ਨੇ ਆਰਿਆਂ ਦੇ ਥੱਲੇ ਨਹੀਂ ਆਪਣਾ ਝੁਕਿਆ ਸਾਡਾ ਸਿੱਖ ਧਰਮ, ਤੇ ਅੱਜ ਅਸੀਂ ਬੋਧੀ ਕੋਲੋਂ ਕਿਵੇਂ ਡਰ ਜਾਾਂਗੇ ਜਾਂ ਝੁਕ ਜਾਾਂਗੇ? ਅਸੀਂ ਹਰ ਚੀਜ਼ ਨੂੰ ਇੰਜੋਏ ਕਰਨ ਜਾਣਦੇ ਆ, ਉਹ ਕਰ ਰਹੇ ਆ। ਅੱਛਾ ਬਾਈ ਜੀ, ਕਿੰਨਾ ਕੁ ਰਾਸ਼ਨ ਸਟਾਕ ਹੈ, ਕਿੰਨੇ ਦਿਨ ਲੰਗਰ ਚੱਲ ਸਕਦਾ ਹੈ? ਜੇ ਹਾਲਾਂਕਿ ਚਲੋ ਸਪੋਰਟ ਨਾਲ ਹੈ, ਲਗਾਤਾਰ ਡਾਲਰਾਂ ਦਾ ਮੀਂਹ ਪਰਿਵਾਰਾਂ ਦੇ ਵੱਲੋਂ, ਐਨਆਰਆਈ ਵੀਰਾਂ ਦੇ ਵੱਲੋਂ ਭਰਾਇਆ ਜਾ ਰਿਹਾ। ਬੇਸ਼ੱਕ ਲੋਕ ਕਈ ਤਰ੍ਹਾਂ ਦੇ ਸਵਾਲ ਵੀ ਕਰਦੇ ਹੋਣ ਵੀ ਫੰਡਿੰਗ ਹੋ ਰਹੀ ਹੈ, ਫੰਡਿੰਗ ਵੀ ਆਪਣੇ ਪੁੱਤ, ਵੀਰ, ਭੈਣ, ਭਰਾ, ਮਾਸੜ, ਚਾਚੇ, ਤਾਏ ਨੇ, ਰਿਸ਼ਤੇਦਾਰ ਨੇ ਜੋ ਭੇਜ ਰਹੇ ਨੇ, ਇੱਥੋਂ ਹੀ ਗਏ ਨੇ ਉਹ ਸਾਰੀ ਕਿਸਾਨ ਨੇ ਜੀ, ਜੋ ਅਗੇ ਪਿੱਛੋਂ ਆਈ ਹੈ ਐਨਆਰਆਈ ਵੱਲੋਂ ਪੈਸਾ ਆ ਰਹੇ ਜਾਂ ਡਾਲਰ ਆ ਰਹੇ ਨੇ, ਉਹ ਵੀ ਕਿਸਾਨਾਂ ਦੇ ਪੁੱਤਰ ਨੇ, ਇੱਥੇ ਸਹਿਯੋਗ ਦੇ ਰਹੇ ਨੇ ਆ ਕੇ। ਜੋ ਤੁਸੀਂ ਲੰਗਰ ਦੀ ਗੱਲ ਕਰੋ ਕਿੰਨਾ ਟਾਈਮ ਚੱਲ ਸਕਦਾ, ਗੁਰੂ ਦੀ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਲੰਗਰ ਕਦੇ ਖਤਮ ਹੀ ਨਹੀਂ ਹੋ ਸਕਦਾ। ਇੰਨਾ ਸਾਡੇ ਕੋਲ ਭੰਡਾਰ ਲੱਗਿਆ ਪਿਆ, ਜੋ ਚੀਜ਼ ਦੀ ਲੋੜ ਆ ਸਾਨੂੰ ਅੱਧੇ ਘੰਟੇ ਸਾਡੇ ਕੋਲ ਸਪਲਾਈ ਆ ਉਹਦੇ ਹਰੇਕ ਚੀਜ਼ ਦੀ। 26 ਜਨਵਰੀ ਨੂੰ ਲੈ ਕੇ ਵੀ ਕੋਈ ਖਾਸ ਪਕਵਾਨ ਦਾ ਕੋਈ ਪਲਾਨ ਬਣ ਰਿਹਾ? ਕੁਝ ਵੀ ਕੱਲ 26 ਜਨਵਰੀ ਹੈ, ਇੱਕ ਪਾਸੇ ਝੰਡਾ ਸਰਕਾਰ ਨੇ ਚੜਾਉਣਾ ਤੇ ਦੂਸਰੇ ਪਾਸੇ ਇੱਕ ਸ਼ਾਂਤਮਈ ਟਰੈਕਟਰ ਮਾਰਚ ਕਿਸਾਨਾਂ ਦੇ ਵੱਲੋਂ ਵੀ ਕੱਢਣਾ ਗਿਆ। ਵੱਡੇ ਪੱਧਰ ਦੇ ਉੱਤੇ ਲੱਖਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਆਏ ਨੇ। ਹਾਂਜੀ, ਉਹਨਾਂ ਟਰੈਕਟਰਾਂ ਦੇ ਜਿਹੜੇ ਬੰਦੇ ਜਾਣਗੇ ਉਹਨਾਂ ਨੂੰ ਅਸੀਂ ਰਾਸ਼ਨ ਪਾਣੀ ਪਹੁੰਚਾਵਾਂਗੇ, ਚਾਹ ਪਾਣੀ ਪਹੁੰਚਾਵਾਂਗੇ, ਪ੍ਰਸ਼ਾਦਾ ਪਹੁੰਚਾਵਾਂਗੇ। ਜੇ ਟਰੈਕਟਰ 'ਚ ਡੀਜ਼ਲ ਮੁੱਕਦਾ ਉਹਨੂੰ ਮਗਰ ਡੀਜ਼ਲ ਪਾਣ ਕੇ ਜਾਵਾਂਗੇ। ਹਾਂਜੀ, ਸਾਰੇ ਤਰ੍ਹਾਂ ਦੇ ਪ੍ਰਬੰਧ ਨੇ। ਬਿਲਕੁਲ, ਮੈਂ ਉਹ ਟੈਂਟ ਵੀ ਅੱਜ ਦੇਖਣੇ ਚਾਹੂੰਗਾ ਜਿਹੜੇ ਉਸ ਦਿਨ ਪਹਿਲੇ ਦਿਨ ਲੱਗ ਰਹੇ ਸੀਗੇ। ਕੋਈ ਘਾਟ ਨਹੀਂ ਰਹੇਗੀ ਕਿਸੇ ਦੀ। ਹਾਂ ਜੀ, ਬਹੁਤ ਧੰਨਵਾਦ ਰਖੜਾ ਸਾਹਿਬ ਦਾ, ਬਹੁਤ ਸਿਰੇ ਚੜ੍ਹਦੀ ਕਲਾ ਚ ਪਰਿਵਾਰ ਹੈ। ਬਿਲਕੁਲ, ਕਿਸਾਨ ਵੀ ਖੁਸ਼ ਹੈ, ਕਹਿੰਦੇ ਜੇ ਅੱਜ ਐਨਆਰਆਈ ਨੇ ਜੇ ਮਿਹਨਤ ਕਰਕੇ ਪੈਸਾ ਕਮਾਇਆ ਹੈ, ਵਿਦੇਸ਼ਾਂ ਦੇ ਵਿੱਚ ਝੰਡੇ ਗੱਡੇ ਨੇ, ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਦਰਦ ਆਪਣੇ ਕਿਸਾਨਾਂ ਦਾ ਆਇਆ। ਇਹ ਸਟੋਰ ਰੂਮ ਬਣਾਇਆ ਗਿਆ, ਸਟੋਰ ਰੂਮ ਦੀ ਝਾਤੀ ਮੈਂ ਮਰਵਾ ਦਿੰਦਾ। ਇਹ ਸ਼ਾਇਦ ਕਿਸੇ ਵੱਡੀ ਮੰਡੀ ਦੇ ਵਿੱਚ ਇਦਾਂ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਹੋਣਗੀਆਂ, ਕੋਈ ਕਣਕ ਝੋਨੇ ਦੀ ਮੰਡੀ ਦੇ ਵਿੱਚ, ਪਰ ਇੱਥੇ ਵੇਸਣ, ਆਟਾ, ਘਿਓ, ਚਾਵਲ, ਦਾਲਾਂ, ਖੰਡ। ਅੱਛਾ, ਇਧਰ ਪੱਕੇ ਜਿਹੜੇ ਡੇਰੇ ਲਗਾਏ ਗਏ ਨੇ, ਉੱਥੇ ਟੀਨਾਂ ਦੇ ਟੀਨ ਘਿਓ ਦੇ ਪਏ ਨੇ, ਸ਼ੱਕਰਪਾਰੇ, ਮਠਿਆਈਆਂ, ਦੇਸੀ ਗੁੜ, ਹਰ ਤਰ੍ਹਾਂ ਦਾ ਪਕਵਾਨ, ਜਲੇਬੀਆਂ ਤੁਹਾਨੂੰ ਇੱਥੇ ਮਿਲੇਗਾ। ਔਰ ਹਿਮਾਚਲ ਦੇ ਸਪੈਸ਼ਲ ਸੇਬ ਵੀ ਨੇ ਇੱਥੇ। ਮੈਂ ਦਰਸ਼ਕਾਂ ਨੂੰ ਚਾਹੂੰਗਾ, 150 ਰੁਪਏ ਕਿਲੋ ਵਿਕ ਰਹੇ ਨੇ। 2-3 ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਤਸਵੀਰਾਂ ਆ ਰਹੀਆਂ ਸੀਗੀਆਂ, ਕਹਿੰਦੇ ਹਿਮਾਚਲ ਦੇ ਵਿੱਚ ਬਹੁਤ ਸਸਤਾ ਸੇਬ ਖਰੀਦ ਕੇ ਡੱਬਿਆਂ ਦੇ ਵਿੱਚ ਪਾ ਕੇ 150 ਕਿਲੋ ਰੁਪਏ ਵੇਚੀ ਜਾਂਦੇ ਆ। ਸਿੱਧੇ ਤੌਰ ਦੇ ਉੱਤੇ ਇਹ ਕਿਸਾਨਾਂ ਦੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਅੱਜ ਕਿਸਾਨਾਂ ਦੀ ਫਸਲ ਕੌਡੀਆਂ ਦੇ ਭਾਅ ਖਰੀਦ ਕੇ ਆਪ ਵੱਡੇ ਮੁਨਾਫੇ ਕਮਾਉਂਦੇ ਨੇ। ਦੇਖੋ ਜੀ, ਆਹ ਗੋੜਾ ਆਪਣਾ ਵੇਸਣ ਆ ਜੀ। ਤਾਂ ਇਹ ਵੇਸਣ ਤੋਂ ਲੈ ਕੇ ਫਰੂਟ ਤੋਂ ਲੈ ਕੇ ਸ਼ੱਕਰਪਾਰੇ, ਰਿਓੜੀਆਂ, ਲੱਡੂ, ਹਰ ਤਰ੍ਹਾਂ ਦਾ ਪਕਵਾਨ ਤੁਹਾਨੂੰ ਐਨਆਰਆਈ ਭਰਾਵਾਂ ਦੇ ਵੱਲੋਂ ਚਲਾਏ ਜਾ ਰਹੇ ਇਸ ਲੰਗਰ ਦੇ ਵਿੱਚ ਮਿਲੇਗਾ। ਤੇ ਆਓ ਫਿਰ ਆਪਾਂ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਉਹਨਾਂ ਟੈਂਟਾਂ ਦੀਆਂ ਵੀ, ਜਿੱਥੇ ਆ ਕੇ ਕਿਸਾਨ ਆਰਾਮ ਕਰਦੇ ਨੇ, ਰਾਤ ਦੀ ਰਿਹਾਇਸ਼ ਕਰਦੇ ਨੇ, ਆਪਣਾ ਸਮਾਨ ਵੀ ਸਾਂਭਦੇ ਨੇ। ਵਾਟਰਪ੍ਰੂਫ ਟੈਂਟ ਨੇ। ਆਓ ਫਿਰ ਇੱਕ ਝਾਤੀ ਉਹਨਾਂ ਟੈਂਟਾਂ ਦੇ ਵੱਲ ਵੀ ਮਾਰਦੇ ਆ। ਤਾਂ ਦਰਸ਼ਨ ਸਿੰਘ ਧਾਲੀਵਾਲ, ਚਰਨਜੀਤ ਸਿੰਘ ਧਾਲੀਵਾਲ ਔਰ ਰਖੜਾ ਪਰਿਵਾਰ ਦੇ ਵੱਲੋਂ ਜਿੱਥੇ ਕਿਸਾਨ ਵੀਰਾਂ ਦੇ ਲਈ ਲੰਗਰ ਦੇ ਪ੍ਰਬੰਧ ਕੀਤੇ ਗਏ ਨੇ, ਤਾਂ ਉੱਥੇ ਹੀ ਇਹ ਆਲੀਸ਼ਾਨ ਟੈਂਟ ਵੀ ਬਣਾ ਕੇ ਦਿੱਤੇ ਗਏ ਨੇ। ਵਾਟਰਪ੍ਰੂਫ ਨੇ। ਵੱਡੀ ਗੱਲ ਹੈ ਕਿਉਂਕਿ ਪਿਛਲੇ ਦਿਨੀ ਜਦੋਂ ਪੰਜਾਬ ਦੇ ਵਿੱਚ ਵੀ ਮੀਂਹ ਪਿਆ ਤਾਂ ਦਿੱਲੀ ਦੇ ਵਿੱਚ ਵੀ ਕੁੰਡਲੀ ਬਾਰਡਰ ਦੇ ਉੱਤੇ ਵੀ ਤਸਵੀਰਾਂ ਇਦਾਂ ਦੀਆਂ ਆਈਆਂ ਕਿ ਕਿਸਾਨਾਂ ਦੇ ਬਿਸਤਰੇ ਭਿੱਜ ਗਏ, ਉਹਨਾਂ ਦੇ ਕੱਪੜੇ ਭਿੱਜ ਗਏ, ਨੁਕਸਾਨ ਹੋਇਆ ਕੱਪੜਿਆਂ ਦਾ ਵੀ। ਤਾਂ ਫਿਰ ਇੱਕ ਦਰਦ ਐਨਆਰਆਈ ਦੇ ਦਿਲ ਦੇ ਵਿੱਚ ਜਾਗਿਆ ਕਿ ਕਿਉਂ ਨਾ ਅਸੀਂ ਕਿਸਾਨਾਂ ਦੇ ਲਈ ਰਹਿਣ ਬਸੇਰਾ ਇਦਾਂ ਦਾ ਕਰੀਏ ਜਿਹੜਾ ਵਾਟਰਪ੍ਰੂਫ ਹੋਵੇ, ਜਿੱਥੇ ਨਾ ਤਾਂ ਹਵਾ ਦਾ ਕੋਈ ਦਿੱਕਤ ਆਵੇ ਤੇ ਨਾ ਠੰਡ ਲੱਗੇ ਤੇ ਨਾ ਉੱਥੇ ਪਾਣੀ ਆਵੇ ਮੀਂਹ ਦਾ। ਸਾਡੇ ਨਾਲ ਕੁਝ ਕਿਸਾਨ ਵੀ ਨੇ, ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ, ਆਰਾਮ ਫਰਮਾ ਰਹੇ ਨੇ ਕਿਉਂਕਿ ਲਗਾਤਾਰ ਮੋਰਚੇ ਵੱਲ ਜਾਂਦੇ ਨੇ। ਤੋਂ 10 ਤੋਂ 12 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਤੁਰ ਕੇ। ਉਸ ਤੋਂ ਬਾਅਦ ਫਿਰ ਆ ਕੇ ਸ਼ਾਮ ਨੂੰ ਇੱਥੇ ਆਪਸੀ ਵਿਚਾਰਾਂ ਕਰਦੇ ਨੇ, ਗੱਲਬਾਤ ਕਰਦੇ ਨੇ, ਸਰਕਾਰ ਦੀ ਨੀਤੀ ਕਿੱਦਾਂ ਦੀ ਚੱਲ ਰਹੀ ਹੈ, ਕਿਸਾਨ ਆਗੂਆਂ ਦੇ ਵਿਚਾਰਾਂ ਨੂੰ ਲੈ ਕੇ ਆਪਸੀ ਗੱਲਬਾਤ ਚੱਲਦੀ ਹੈ। ਗੱਲਬਾਤ ਕਰਦੇ ਆ। ਸਰ, ਕੀ ਨਾਂ ਜੀ ਔਰ ਕਿੱਥੋਂ ਆਏ ਹੋ ਤੁਸੀਂ? ਛੱਤਰ ਸਿੰਘ ਜੀ, ਕਿੱਥੋਂ ਆਏ ਹੋ ਜੀ? ਨਕੋਦਰ ਦੇ ਨਾਲ ਹੀ ਪਿੰਡ ਕੋਟਲਾ ਜੰਗਾ ਜੀ। ਕਿੰਨੇ ਦਿਨ ਹੋ ਗਏ ਇਹਨਾਂ ਟੈਂਟਾਂ ਦੇ ਵਿੱਚ ਰਹਿੰਦਿਆਂ ਨੂੰ ਜੀ? ਅਸੀਂ ਕਾਫੀ ਦਿਨ ਤੋਂ ਅੱਗੇ ਵੀ ਆਏ ਆ, ਜਿੱਦਾਂ ਦੇਖ ਕੇ ਗਏ ਆ ਟੈਂਟ, ਜਿੱਦਾਂ ਵੀ ਇੱਥੇ ਰਹਿਣ ਲਈ ਮੁੜ ਵੀ ਜਾਂਦੇ ਰਹੇ ਆ। ਹੁਣ ਜਿੱਦਾਂ ਅਸੀਂ ਟਰਾਲੀਆਂ ਦੇ ਵਿੱਚ ਵੀ ਰਹਿੰਦੇ, ਟੈਂਟ ਸਾਨੂੰ ਬਹੁਤ ਵਧੀਆ ਲੱਗੇ। ਲੰਗਰ ਵੀ ਇਹਨਾਂ ਦਾ ਛੱਕ ਕੇ ਬਹੁਤ ਵਧੀਆ ਪ੍ਰਬੰਧ ਆ ਇਹਨਾਂ ਦੇ, ਜਿੱਦਾਂ ਕਹਿਣ ਦੀ ਕੋਈ ਗੱਲ ਨਹੀਂ। ਐਨਆਰਆਈ ਦਰਸ਼ਨ ਸਿੰਘ ਧਾਲੀਵਾਲ ਨੇ, ਵੱਡੇ ਕਾਰੋਬਾਰੀ ਨੇ, ਛੱਡ ਕੇ ਇੱਥੇ ਆ ਗਏ। ਉਹਨਾਂ ਦੇ ਬ੍ਰਦਰ ਚਰਨਜੀਤ ਸਿੰਘ ਧਾਲੀਵਾਲ, ਸੁਰਜੀਤ ਸਿੰਘ ਰਖੜਾ, ਉਹ ਸਾਰੇ ਲਗਾਤਾਰ ਇੱਥੇ ਸੇਵਾਵਾਂ ਕਰ ਰਹੇ ਨੇ। ਲੰਗਰ ਦੇ ਵਿੱਚ ਵੀ ਆਪ ਡਟੇ ਹੋਏ ਨੇ। ਐਨਆਰਆਈ ਨੂੰ ਲੈ ਕੇ ਬਹੁਤ ਸਾਰੇ ਇਹਨਾਂ ਨੇ ਇਲਜ਼ਾਮ ਲਗਾਏ, ਕਹਿੰਦੇ ਵੀ ਫੰਡਿੰਗ ਐਨਆਰਆਈ ਪਤਾ ਨਹੀਂ ਕਿੱਥੋਂ ਆ ਰਹੀ ਹੈ, ਕਿਸਾਨਾਂ ਨੂੰ ਪੈਸੇ ਪੀਜੇ ਖਾਈ। ਸਰਕਾਰ ਐਵੇਂ ਹੀ ਲਾਈ ਜਾਂਦੀ ਹੈ ਫੰਡ। ਅਸੀਂ ਸਾਡਾ ਛੋਟਾ ਜਿਹਾ ਪਿੰਡ ਆ, ਅਸੀਂ ਕੋਈ 3 ਲੱਖ ਦੀ ਸੇਵਾ ਕਰ ਚੁੱਕੇ ਆ, ਜਿੱਥੇ 400-500 ਵੋਟ ਆ। ਜਿੱਦਾਂ ਸਾਰੇ ਐਨਆਰਆਈ ਦੇ ਪੈਸੇ ਅਜੇ ਵੀ ਬਾਹਰੋਂ ਆਈ ਜਾਂਦੇ ਆ, ਜਿੱਦਾਂ ਕਹਿਣ ਦੀ ਕਿਸੇ ਨੂੰ ਲੋੜ ਨਹੀਂ ਪੈਂਦੀ ਹੈਗੀ।
ਪੈਸਾ ਬਾਹਰੋਂ ਆਈ ਜਾਂਦਾ, ਆਟੋਮੈਟਿਕ ਆਈ ਜਾਂਦਾ ਪੈਸਾ। ਕਿਸੇ ਨੂੰ ਕਹੀਦਾ ਥੋੜਾ ਵੀ ਸਾਨੂੰ ਪੈਸੇ ਭੇਜੋ। ਉਹ ਵੀ ਤਾਂ ਆਪਣੇ ਪੁੱਤ ਭੈਣ ਭਰਾ ਗਏ ਨੇ ਬਾਹਰ। ਇਹ ਆਪਣੇ ਹੀ ਆ, ਅਸੀਂ ਵੀ ਜਾ ਆਏ ਆ। ਮੈਂ ਵੀ NRIਆਂ ਚੋਂ ਜਾਂ ਕੈਨੇਡਾ ਤੋਂ ਰਹੇ, ਅੱਗੇ ਵੀ ਜਾ ਕੇ ਸਾਡਾ ਪਰਿਵਾਰ ਆਪਦਾ ਬਾਹਰ ਆ। ਜਿੱਦਾਂ ਪੈਸੇ ਕਿਸੇ ਨੂੰ ਕਹਿਣ ਨਹੀਂ, ਅਸੀਂ ਖੇਤੀ ਵੀ ਕਾਫੀ ਕਰਦੇ ਆ। ਜਿਹੜੇ ਬੰਦਿਆਂ ਦੀ ਜ਼ਮੀਨ ਠੇਕੇ ਵਾਹੁੰਦੇ ਉਹ ਵੀ NRI ਬਾਹਰ ਆ, ਉਹ ਪੈਸੇ ਆਪਣੇ ਆਪ ਹੀ ਭੇਜੀ ਜਾਂਦੇ ਆ, ਕਿਸੇ ਨੂੰ ਕਹਿਣ ਦੀ ਨਹੀਂ। ਅਗਲਾ ਕਹਿੰਦਾ ਠੇਕੇ ਚੋਂ ਕੱਟ ਕੇ ਸਾਡੇ ਦਿੱਲੀ ਸੰਘਰਸ਼ 'ਚ ਪਾਇਓ ਪੈਸੇ ਜਾ ਕੇ। ਕਿਵੇਂ ਲੱਗਦਾ ਤੁਹਾਨੂੰ ਸਰਕਾਰ ਦਾ ਰਵੱਈਆ? 11 ਮੀਟਿੰਗਾਂ ਬੇਸਿੱਟਾ ਰਹੀਆਂ ਨੇ, ਇੱਕ ਪਾਸੇ ਮੀਟਿੰਗਾਂ ਦਾ ਦੌਰ, ਦੂਸਰੇ ਪਾਸੇ ਦੇ ਵਿੱਚ ਤਾਂ ਭਾਜੀ ਹੈਂਕੜਬਾਜੀ ਆ। ਕੋਈ ਹੁਣ ਦੇਖ ਲਓ ਪਬਲਿਕ ਇੰਨੀ ਆਈ ਆ, ਅਸੀਂ 10 ਕਿਲੋਮੀਟਰ ਤੇ ਸਾਡੀ ਟਰੈਕਟਰ ਟਰਾਲੀ ਲੱਗਾ ਆ। ਜਿੱਦਾਂ ਸਾਡੇ ਜੋ ਵੀ ਹਲਕੇ ਦੇ ਆ, ਅਸੀਂ ਤੁਰ ਕੇ ਆਏ, ਅੱਗੇ ਤੱਕ ਅਸੀਂ ਦੇਖ ਕੇ ਆਉਣਾ ਜਾ ਕੇ ਸਾਰਾ ਹੀ। ਜਿੱਦਾਂ ਅਸੀਂ ਅੱਗੇ ਵੀ ਆਉਨੇ ਆ, ਜਿੱਦਾਂ ਵਿੱਚ ਚਲੇ ਜਾਈਦਾ 2 ਦਿਨ ਰਹਿ ਕੇ ਫੇਰ ਵਾਪਸ ਚਲ ਜਾਈਦਾ, ਫੇਰ ਆ ਜਾਈਦਾ। ਜਿੱਦਾਂ ਹੁਣ ਅਸੀਂ ਪਰਸੋਂ ਦੇ ਤੁਰੇ ਆ, ਕੱਲ ਅਸੀਂ ਸ਼ਾਮੀ ਇੱਥੇ ਆਣ ਕੇ ਪੁਲ ਦੇ ਪਰਲੇ ਪਾਸੇ ਸਾਡੀਆਂ ਟਰਾਲੀਆਂ ਲੱਗੀਆਂ ਆ। ਜਿੱਦਾਂ ਵੀ ਤੁਰ ਕੇ ਲੰਘਣ ਨੂੰ ਰਾਹ ਹੈ ਨਹੀਂਗਾ। ਹੁਣ ਤਾਂ ਸਰਕਾਰ ਨੂੰ ਮੰਨਣਾ ਹੀ ਚਾਹੀਦਾ ਜੋ ਕੁਝ ਹੈਗਾ ਆ। ਨਾਲੇ ਸਰਕਾਰ ਤੋਂ ਕਿਹੜਾ ਕੋਈ ਧੱਕੇ ਨਾਲ ਚੀਜ਼, ਅਸੀਂ ਤਾਂ ਆਪਣੇ ਹੱਕ ਮੰਗਣੇ ਆ, ਹੱਕ ਮੰਗਦੇ ਆ। ਹੋਰ ਅਸੀਂ ਨਾ ਕੋਈ ਸਾਡਾ ਕੋਈ ਲੜਾਈ ਨਹੀਂ, ਝਗੜਾ ਨਹੀਂ। 26 ਜਨਵਰੀ ਦੀ ਪਰੇਡ ਵੀ ਹੈ, ਤਾਂ ਕਿੱਦਾਂ ਦੇਖ ਰਹੇ ਹੋ ਉਸ ਪਰੇਡ ਨੂੰ ਲੈ ਕੇ? ਉਤਸ਼ਾਹ ਹੈ? ਕਿ ਪਰੇਡ ਦੇਖ ਕੇ ਜਾਵਾਂਗੇ ਜੀ। ਉਤਸ਼ਾਹ ਜਿੱਦਾਂ ਕੋਈ ਰੈਲੀ ਥੋੜੋ ਆਇਆ ਪਿੱਛੇ ਮੁੜ ਜਾਗੇ, ਇਹ ਤਾਂ ਦੇਖ ਕੇ ਜਾਣਾ ਸਾਰਾ ਕੁਝ ਜੋ ਵੀ ਹੈਗਾ ਆ। ਇਦੋਂ ਥੋੜੋ ਪਿੱਛੇ ਮੁੜਨਾ ਕਦੀ ਵੀ। ਜੋ ਵੀ ਭਾਵੇਂ ਕਹਿੰਦੇ ਹੁੰਦੇ ਸਾਡਾ ਸੀਸ ਵੀ ਕੱਟਿਆ ਜਾਵੇ ਤਾਂ ਵੀ ਨਹੀਂ ਪਿੱਛੇ ਮੁੜਾਂਗੇ ਕਦੀ ਵੀ। ਜਿਵੇਂ ਟੈਂਟ ਦੇਖ ਰਹੇ ਹੋ ਨਾ, ਤਾਂ ਇਹਦੇ ਵਿੱਚ ਮੈਨੂੰ ਹਵਾ ਮਹਿਸੂਸ ਹੋ ਰਹੀ ਹੈ, ਟੈਂਪਰੇਚਰ ਵੀ ਸਹੀ ਹੈ ਇਹਦੇ ਵਿੱਚ, ਲੱਗਦਾ ਵੀ ਵਾਕਿਆ ਜ਼ਰੂਰਤ ਸੀਗੀ ਇਹਦੀ। ਇਹਨਾਂ ਦੀ ਜ਼ਰੂਰਤ ਹੈਗੀ, ਬਹੁਤ ਜ਼ਿਆਦਾ ਠੰਡ ਸੀਗੀ। ਜਿੱਦਾਂ ਹੁਣ ਜੇ ਅਸੀਂ ਟਰਾਲੀਆਂ ਦੇ ਵਿੱਚ ਵੀ ਬੈਠੇ ਆ, 4-4 ਤਰਪਾਲਾਂ ਪਾਈਆਂ ਆ। ਆਹ ਟੈਂਟ ਵਾਟਰਪ੍ਰੂਫ ਆ, ਬਹੁਤ ਵਧੀਆ। ਲੰਗਰ ਦਾ ਇੰਤਜ਼ਾਮ ਇਹਨਾਂ ਦਾ ਬਹੁਤ ਵਧੀਆ, ਦੇਖ ਕੇ ਆਏ ਸਾਰਾ, ਛੱਕ ਕੇ। ਇਹਦੇ ਪਕਵਾਨ ਵੀ ਮੈਨੂੰ ਲੱਗਦਾ ਬੜੇ ਤਰ੍ਹਾਂ ਦੇ ਮਿਲਦੇ ਨੇ ਅੰਦਰ, ਮਿੱਠਾ ਵੀ ਰੋਜ਼ ਇਹ ਵੀ ਆਏ ਸਾਰਾ, ਹਰ ਕਿਸੇ ਗੱਲ ਦੀ ਕਮੀ ਨਹੀਂ ਹੈਗੀ ਜੋ ਵੀ ਲੰਗਰ ਦੇ ਵਿੱਚ ਕੋਈ ਵੀ। ਮਿਲਦਾ। ਇਸ ਸੰਘਰਸ਼ ਦੇ ਵਿੱਚ ਸਹਿਯੋਗ ਨੂੰ ਕਿੱਦਾਂ ਦੇਖਦੇ ਹੋ? ਸਾਡੇ ਹੀ ਭਰਾ ਆ ਗਏ ਬਾਹਰ, ਉਹਨਾਂ ਦਾ ਪਿੱਛੇ ਜਿੱਦਾਂ ਹੁਣ ਮਿੱਟੀ ਥੋੜੋ ਆਪਣੀ ਕੋਈ ਛੱਡ ਸਕਦਾ, ਜੋ ਮਰਜ਼ੀ ਭਾਵੇਂ ਕਿਸੇ ਨੂੰ 50 ਸਾਲ ਹੋ ਗਏ ਹੋਣ ਗਏ ਨੂੰ, ਉਹ ਆਪਣੇ ਜਿੱਥੇ ਜੁੜਿਆ ਆ ਉਹ ਨਾਲ ਜੁੜਿਆ ਆ। ਕੋਈ ਆਪਣੀ ਇਹ ਥੋੜੋ ਮਿੱਟੀ ਛੱਡ ਸਕਦਾ ਵੀ ਨਾ, ਕਦੀ ਯਾਦ ਭੁੱਲ ਹੀ ਨਹੀਂ ਸਕਦਾ, ਜਿੱਦਾਂ ਮਰਜ਼ੀ ਹੋ ਜਾਵੇ। ਇੱਕ ਬਜ਼ੁਰਗ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਆਪਾਂ ਪਿੰਡਾਂ ਦੇ ਵਿੱਚ ਮਾਹੌਲ ਦੇਖਦੇ ਆ, ਵਿਹਲੇ ਹੋ ਕੇ ਜਦੋਂ ਆਪਾਂ ਘਰਾਂ ਦੇ ਵਿੱਚ ਬੈਠਨੇ ਆ, ਫਸਲਬਾੜੀ ਸਾਂਭ ਕੇ ਜਾਂ ਕਣਕ ਬੀਜ ਕੇ। ਬਾਪੂ ਜੀ ਕੀ ਨਾਂ ਤੁਹਾਡਾ ਔਰ ਕਿੱਥੋਂ ਆਏ ਹੋ? ਮੈਂ ਅੰਮ੍ਰਿਤਸਰ ਤੋਂ। ਕਿੰਨੀ ਉਮਰ ਹੈ ਤੁਹਾਡੀ? ਮੈਨੂੰ ਬਸ 75 ਸਾਲ। ਠੰਡ ਤਾਂ ਨੀ ਲੱਗਦੀ? ਨਾ ਠੰਡ ਕੋਈ ਇੱਥੇ, ਕੋਈ ਇੱਥੇ ਗਰਮੀ ਲੱਗੀ ਨਹੀਂ। ਸਾਨੂੰ ਜੋਸ਼ ਨਾ ਲੱਗਦੀ। ਇਹਦੇ ਵਿੱਚ ਮੀਂਹ ਮੂਹ ਦਾ ਦਿੱਕਤ ਤਾਂ ਨਹੀਂ? ਹੁਣ ਹਵਾ ਹੁਆ ਤਾਂ ਨਹੀਂ? ਫਸੇ ਆਪਣੇ ਘਰ ਬੈਠੇ ਕਿਤੇ ਬੈਠੇ ਆ। ਘਰ ਵਾਲਾ ਮਾਹੌਲ ਹੈ ਇੱਥੇ। ਬਰਾਬਰ ਸਾਨੂੰ ਘਰ ਜਾਂਦਾ, ਅਸੀਂ ਪਤਾ ਨਹੀਂ ਆਪਣੇ ਘਰ ਬੈਠਾ, ਆਪਣੇ ਘਰ ਨੂੰ ਚੰਗਾ ਵਧੀਆ ਇੱਥੇ। ਇਹ ਲੱਗ ਗਿਆ ਇੱਥੇ ਤੇ ਵਾਧੂ ਜੀ ਵਾਧੂ। ਹਾਂ, ਪਰ ਗੱਲ ਇਹ ਵੀ ਅਸੀਂ ਕਰਾਂਗੇ ਆਪਣੇ ਲੀਡਰਾਂ ਸਿਰ ਤੇ ਜੋ ਕਰਨਗੇ। ਬਿਲਕੁਲ, ਇਹ ਬਜ਼ੁਰਗਾਂ ਦਾ ਜੋਸ਼। 75 ਸਾਲ ਦੀ ਉਮਰ ਹੈ, ਕਹਿੰਦੇ ਮੈਂ ਤਾਂ ਘਰ ਬੈਠਾ, ਮੈਨੂੰ ਇਹ ਵੀ ਚੇਤਾ ਭੁੱਲ ਗਿਆ ਵੀ ਮੈਂ ਦਿੱਲੀ ਪਹੁੰਚਿਆ ਕੁੰਡਲੀ। ਮੈਨੂੰ ਲੱਗਦਾ ਬਾਪੂ ਜੀ ਦਿੱਲੀ ਕਦੀ ਪਹਿਲਾਂ ਗੇੜਾ ਵੱਜਦਾ ਸੀ ਤੁਹਾਡਾ? ਬਸ ਵਿੱਚ ਕੇ ਮਾਰਦੇ ਵਾਲੇ ਹੁਣ ਕਿੰਨੇ ਦਿਨ ਹੋ ਗਏ ਆਇਆ ਨੂੰ? ਪਰਸੋਂ ਆਏ। 3 ਦਿਨ ਹੋ ਗਏ। ਇਹ ਤੋਂ ਪਹਿਲਾਂ ਵੀ ਆਏ ਸੀਗੇ? ਪਹਿਲੇ ਮੈਂ ਆਏ। ਲਗਾਤਾਰ ਆਉਂਦੇ ਆ ਪਿੰਡ ਤੋਂ, ਐ ਨੂੰ ਥਕਾਵਟ ਤਾਂ ਨਹੀਂ ਹੁੰਦੀ? ਸਫ਼ਰ ਵੀ ਬੜਾ ਹੁੰਦਾ। ਇਹ ਚਿਹਰੇ ਥਕਾਵਟ ਦੇ ਨਾਂ ਤੇ ਚਿਹਰੇ ਖਿੜ ਜਾਂਦੇ ਨੇ। ਇਹ ਹੈ ਜੋਸ਼ ਤੇ ਜਨੂਨ ਕਿਸਾਨਾਂ ਦਾ। ਇਹ ਖਬਰ ਸਾਰਿਆਂ ਨੂੰ ਪਹੁੰਚਾਇਓ। ਜਿੱਦਾਂ ਜੋ ਵੀ ਕਿਸਾਨ ਯੂਨੀਅਨ ਸਾਡੇ ਕਹਿੰਦੀ ਆ, ਜੋ ਵੀ ਕਿਸਾਨ ਮੋਰਚਾ, ਸਾਰੇ ਉਹੋ ਹੀ ਹੁਕਮ ਮੰਨਣ, ਉਹਦੇ ਹੁਕਮ ਦੇ ਨਾਲ ਹੀ ਚੱਲਣ। ਕੋਈ ਹੁੱਲੜਬਾਜੀ ਨਾ ਕਰਨ, ਕੁਛ ਨਾ ਕਰਨ। ਜੋ ਵੀ ਸਾਡੇ ਲੀਡਰ ਬੋਲਦੇ ਆ ਉਹਨਾਂ ਦੇ ਮੁਤਾਬਕ ਹੀ ਕੀਤਾ ਜਾਵੇ। ਬਿਲਕੁਲ, ਬਹੁਤ ਇੱਕ ਵਾਜਬ ਗੱਲ ਔਰ ਬਹੁਤ ਇਸ ਟਾਈਮ ਜ਼ਰੂਰੀ ਗੱਲ ਸੁਨੇਹਾ ਦਿੱਤਾ ਹੈ। ਹਰ ਆਮ ਕਿਸਾਨ ਤੋਂ ਲੈ ਕੇ ਆਗੂਆਂ ਤੱਕ ਇਹੀ ਅਪੀਲ ਕਰ ਰਿਹਾ ਸਾਡੇ ਵੀਰਾਂ ਨੂੰ, ਕਿਸਾਨਾਂ ਨੂੰ, ਨੌਜਵਾਨਾਂ ਨੂੰ ਕਿ ਜੋਸ਼ ਦੇ ਨਾਲ ਨਾਲ ਹੋਸ਼ ਬਹੁਤ ਜ਼ਰੂਰੀ ਹੈ। ਕਿਉਂਕਿ ਸ਼ਾਂਤਮਈ ਪ੍ਰੋਟੈਸਟ ਦੇ ਚੱਲਦਿਆਂ ਹੀ ਮੈਨੂੰ ਲੱਗਦਾ ਜੇ ਅੱਜ ਸਰਕਾਰ ਮੀਟਿੰਗਾਂ ਕਰਨ ਦੇ ਲਈ ਮਜਬੂਰ ਹੋਈ ਹੈ ਜਾਂ ਸਾਡੇ ਆਗੂ ਉੱਥੋਂ ਵਧੀਆ ਜਵਾਬ ਦੇ ਕੇ ਆਉਂਦੇ ਨੇ ਸਰਕਾਰ ਨੂੰ, ਤਾਂ ਮੈਨੂੰ ਲੱਗਦਾ ਇਹ ਜਿਹੜਾ ਤਾਮ-ਜਾਮ ਜਿੰਨਾ ਅਸੀਂ ਇੱਥੇ ਬੈਠੇ ਆ ਉਹ ਸ਼ਾਂਤਮਈ ਪ੍ਰੋਟੈਸਟ ਹੈ। 1 ਰੁਪਏ ਦਾ ਕਿਸੇ ਦਾ ਨੁਕਸਾਨ ਅਜੇ ਤੱਕ ਸਾਡੇ ਕਿਸਾਨ ਵੀਰਾਂ ਦੇ ਵੱਲੋਂ ਨਹੀਂ ਕੀਤਾ ਗਿਆ। ਬੇਸ਼ੱਕ ਇੱਕ ਹਿੱਸਾ ਮੀਡੀਆ ਦਾ ਵੀ ਕਹਿ ਲਈਏ ਤਾਂ ਬੜੇ ਤਰ੍ਹਾਂ ਦੇ ਸਵਾਲ ਚੁੱਕਦਾ ਹੈ, ਪਰ ਇਦਾਂ ਦੀ ਗੱਲ ਕੋਈ ਨਹੀਂ ਹੈ। ਇੱਥੇ ਸਾਰੇ ਕਿਸਾਨ ਆ। ਬਾਪੂ ਜੀ ਕਹਿੰਦੇ ਨੇ ਥਕਾਵਟ 300-400 ਕਿਲੋਮੀਟਰ, ਮੈਨੂੰ ਲੱਗਦਾ ਇਹਨਾਂ ਦਾ 450 ਕਿਲੋਮੀਟਰ ਬੰਦਾ ਹੋਊਗਾ ਅੰਮ੍ਰਿਤਸਰ ਤੋਂ, 450 ਦਾ ਵੀ 500 ਹੋਊਗਾ। ਪਰ ਥਕਾਵਟ ਦੇ ਨਾਂ ਦਾ ਸਵਾਲ ਕੀਤਾ ਤੇ ਹੱਸ ਕੇ ਕਹਿੰਦੇ ਕਾਹਦੀ ਥਕਾਵਟ, ਮੈਂ ਤਾਂ ਘਰੇ ਬੈਠਾ, ਘਰੋਂ ਆਇਆ ਤੇ ਘਰ ਹੀ ਬਹਿ ਗਿਆ। ਇਹ ਜੋਸ਼, ਸ਼ਾਂਤੀ, ਮਨ ਦੀ ਸੂਝ ਤੇ ਬੂਝ ਹੈ। ਬਜ਼ੁਰਗਾਂ ਦਾ ਤਜਰਬਾ ਹੈ ਕਿ ਜੰਗਾਂ ਜਿੱਤੀਆਂ ਸਿਰਫ ਹਥਿਆਰਾਂ ਦੇ ਨਾਲ ਨਹੀਂ, ਜੰਗਾਂ ਸ਼ਾਂਤਮਈ ਤੇ ਦਿਮਾਗ ਦੇ ਨਾਲ ਵੀ ਜਿੱਤੀਆਂ ਜਾਂਦੀਆਂ ਨੇ। ਇੱਕ ਹੋਰ ਬਜ਼ੁਰਗ ਨੇ। ਸਰ ਕੀ ਨਾਂ ਜੀ ਔਰ ਕਿੱਥੋਂ ਆਏ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੇਰਾ ਨਾਮ ਪ੍ਰੀਤਮ ਸਿੰਘ, ਪਿੰਡ ਪੱਖੀ ਕਲਾਂ, ਡਿਸਟ੍ਰਿਕਟ ਫਰੀਦਕੋਟ ਜੀ। ਅੱਜ ਇੱਕ ਪਾਸੇ ਅੰਮ੍ਰਿਤਸਰ, ਫਰੀਦਕੋਟ, ਜਲੰਧਰ, ਇੱਕ ਕਦੀ ਇਦਾਂ ਦੀ ਤਸਵੀਰ ਮਨ ਦੇ ਵਿੱਚ ਸੀਗੀ ਵੀ ਅੱਜ ਇੰਨੇ ਜ਼ਿਲ੍ਹਿਆਂ ਦੇ ਲੋਕ ਇਕੱਠੇ ਬਹਿ ਕੇ ਰੋਟੀ ਖਾਣਗੇ, ਰਾਤ ਨੂੰ ਲੰਮੇ ਪੈਣਗੇ, ਗੱਲਾਂ ਬਾਤਾਂ ਕਰਨਗੇ? ਨਹੀਂ ਜੀ, ਇਹ ਤਾਂ ਕਦੇ ਸੁਪਨੇ 'ਚ ਨਹੀਂ ਸੋਚਿਆ ਹੈਗਾ ਵੀ ਚਲੋ ਆਪਣੇ ਪੰਜਾਬ ਦੇ ਜ਼ਿਲ੍ਹੇ ਤਾਂ ਕਿਤੇ ਇਕੱਠੇ ਹੋ ਸਕਦੇ ਹੀ। ਇੱਥੇ ਵੇਖੋ ਆਲ ਇੰਡੀਆ ਹੀ ਆਪਣਾ ਰਾਜਸਥਾਨ, ਹਰਿਆਣਾ, ਮਹਾਰਾਸ਼ਟਰ, ਕਰਨਾਟਕਾ, ਜਾਨੀ ਜਿੰਨੇ ਵੀ ਆਪਣਾ ਸਟੇਟਾਂ
ਸਾਰੀਆਂ ਸਟੇਟਾਂ ਦੇ ਆਪਣੇ ਜਿੰਨੇ ਵੀ ਲੋਕ ਆਪਾਂ ਨੂੰ ਐਂ ਮਿਲਦੇ ਜਿਵੇਂ ਆਪਦੇ ਸਕੇ ਭੈਣ ਭਰਾ ਨੇ ਕਿਤੇ ਬਹੁਤ ਚਿਰ ਤੋਂ ਵਿਛੜਾ ਬੰਦਾ ਕਿ ਮਿਲਦਾ ਇਸ ਤਰ੍ਹਾਂ ਮਿਲਦੇ ਜਿਹਦੇ ਕੋਲ ਵੀ ਜਾਈਏ। ਐਨਆਰਆਈਆਂ ਦਾ ਬੜਾ ਵੱਡਾ ਸਹਿਯੋਗ ਹੈ। ਐਨਆਰਆਈ ਲਗਾਤਾਰ ਉਦਮ ਕਰ ਰਿਹਾ, ਆਪਣੇ ਤਿਲ ਫੁੱਲ ਕਮਾਈ ਦੇ ਵਿੱਚੋਂ ਹਿੱਸਾ ਪੰਜਾਬ ਭੇਜ ਰਿਹਾ। ਇਹ ਨਹੀਂ ਦੇਖਦਾ ਉੱਥੇ ਕੌਣ ਬੈਠੇ ਨੇ, ਆਪਣੇ ਕਿਸਾਨ ਭਰਾ ਕਿਹੜੇ ਜ਼ਿਲ੍ਹੇ ਦੇ ਨੇ। ਉਹ ਕਹਿੰਦੇ ਬਸ ਲੰਗਰ ਲਾ ਦਿਓ, ਜਿਹੜਾ ਭਾਵੇਂ ਹਰਿਆਣੇ ਦਾ ਆਉਂਦਾ ਭਾਵੇਂ ਯੂਪੀ ਦਾ ਆਉਂਦਾ, ਬਸ ਕੋਈ ਭੁੱਖਾ ਨਹੀਂ ਜਾਣਾ ਚਾਹੀਦਾ ਇੱਥੋਂ। ਬਈ ਜਿਹੜੀ ਆਪਣੀ ਸਭ ਤੋਂ ਨਾ ਪੰਜਾਬੀ ਕਮਿਊਨਿਟੀ ਆ, ਖਾਸ ਕਰਕੇ ਐਨਆਰਆਈ ਵੀ ਆਲ ਵਰਲਡ ਤੇ ਸਭ ਤੋਂ ਜ਼ਿਆਦਾ ਆਪਦੀ ਧਰਤੀ ਨਾਲ ਜੁੜੀ ਹੋਈ ਆ ਤੇ ਇਹਨਾਂ ਨੇ ਇੰਨਾ ਕੁ ਸਹਿਯੋਗ ਆ ਪੰਜਾਬ ਦਾ। ਇਕੱਲਾ ਪੰਜਾਬ ਨਹੀਂ, ਇੰਡੀਆ 'ਚ ਕੋਈ ਵੀ ਆਪਣੀ ਪ੍ਰੋਬਲਮ ਹੁੰਦੀ ਆ ਹਰੇਕ ਥਾਂ ਇਹਨਾਂ ਦਾ ਬਹੁਤ ਸਹਿਯੋਗ ਹੁੰਦਾ। ਪਰ ਜਿਹੜੀ ਦੁੱਖ ਦੀ ਗੱਲ ਇਹ ਆ, ਜਿਹੜਾ ਆਪਣਾ ਇੰਡੀਆ ਦਾ ਵਿਕਾਊ ਮੀਡੀਆ 90% ਇਹਨਾਂ ਨੇ ਹਰ ਵਕਤ ਜਿਵੇਂ ਕਰੋਨਾ ਕਾਲ ਸੀਗਾ, ਇਹਨੇ ਹਰੇਕ ਵਾਰੀ ਇਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਮਹਾਰਾਜ ਦੀ ਕਿਰਪਾ ਵੀ ਐਨਆਰਆਈ ਭਰਾ ਆਪਣੇ ਜਿੰਨਾ ਇਹਨਾਂ ਨੂੰ ਜਿਵੇਂ ਕੋਈ ਆਉਂਦੇ ਨੇ ਜਿੰਨਾ ਕੋਈ ਮੰਨੂ ਵਾਲੀ ਗੱਲ ਆ ਵੀ ਜਿੰਨਾ ਵੜਦੇ ਜਿੰਨਾ ਬਦਨਾਮ ਕਰਦੇ ਉਹਨਾਂ ਇਹ ਜ਼ਿਆਦਾ ਸਹਿਯੋਗ ਦੇ ਰਹੇ ਆ। ਇਹ ਦਰਸ਼ਨ ਸਿੰਘ ਧਾਲੀਵਾਲ ਹੋਣੀ ਨਹੀਂ ਜਿਨ੍ਹਾਂ ਦੇ ਵੱਲੋਂ ਇਹ ਟੈਂਟ ਦਾ ਅਰੇਂਜਮੈਂਟ ਕੀਤਾ ਹੈ। ਅਮਰੀਕਾ ਦੇ ਵਿੱਚ ਬਹੁਤ ਵੱਡੇ ਕਾਰੋਬਾਰੀ ਨੇ, ਉਹਨਾਂ ਦੇ ਚਰਨਜੀਤ ਸਿੰਘ ਬ੍ਰਦਰ ਨੇ, ਸੁਰਜੀਤ ਸਿੰਘ ਰਖੜਾ ਪਰਿਵਾਰ ਹੈ। ਤਾਂ ਕਿਵੇਂ ਲੱਗਦਾ ਵੀ ਅੱਜ ਐਨਆਰਆਈ ਉੱਥੋਂ ਆਪਣੇ ਕਾਰੋਬਾਰ ਛੱਡ ਕੇ ਇੱਥੇ ਆ ਕੇ ਸੇਵਾ ਕਰਨ ਦੇ ਲੰਗਰਾਂ ਦੇ ਵਿੱਚ? ਹਾਂਜੀ ਬਹੁਤ ਵਧੀਆ ਲੱਗਦਾ ਜੀ। ਅਸੀਂ ਆਮ ਫੇਸਬੁੱਕ ਤੇ ਸਾਰੇ ਸੋਸ਼ਲ ਮੀਡੀਆ ਤੇ ਇਹਨਾਂ ਨਾਲ ਅਸੀਂ ਵੇਖਦੇ ਰਹਿੰਦੇ ਜਿੱਥੇ ਜਿੱਥੇ ਇਹ ਸੇਵਾਵਾਂ ਦਿੰਦੇ ਆ, ਯਾਨੀ ਬਹੁਤ ਵਧੀਆ ਇਹਨਾਂ ਪਰ। ਬਿਲਕੁਲ ਸੰਗਤ ਵੀ ਖੁਸ਼ ਹੈ, ਕਿਸਾਨ ਵੀ ਖੁਸ਼ ਹੈ। ਸਿਰਫ ਜੇ ਮਨ ਦੇ ਵਿੱਚ ਥੋੜਾ ਜਿਹਾ ਦੁੱਖ ਹੈ, ਉਹ ਤੋਂ ਦੁੱਖ ਇਹ ਹੈ ਵੀ ਅੱਜ ਸਾਡਾ ਅੰਨਦਾਤਾ ਭੁੱਖ ਹੜਤਾਲ ਦੇ ਉੱਤੇ ਬੈਠਾ ਹੈ। ਉਸ ਨੂੰ ਭੁੱਖ ਹੜਤਾਲਾਂ ਕਰਨੀਆਂ ਪੈ ਰਹੀਆਂ ਨੇ ਆਪਣੇ ਹੱਕ ਲਈ। ਸਾਰੇ ਦੁਨੀਆ ਦਾ ਢਿੱਡ ਭਰਨ ਵਾਲਾ ਸਾਡਾ ਅੰਨਦਾਤਾ ਅੱਜ ਭੁੱਖ ਹੜਤਾਲਾਂ ਕਰ ਰਿਹਾ। ਉਹ ਇਹ ਗੱਲ ਨੂੰ ਸੁਣਦਿਆਂ ਦੇਖਦਿਆਂ ਤਸਵੀਰਾਂ ਦੇਖਦਿਆਂ ਦੁੱਖ ਆਉਂਦਾ ਮਨ ਦੇ ਵਿੱਚ। ਪਰ ਜੋਸ਼ ਤੇ ਜਜ਼ਬਾ ਅਜੇ ਵੀ ਕਿਸਾਨਾਂ ਦਾ ਬਰਕਰਾਰ ਹੈ। ਵੱਡਾ ਸਾਥ ਹੈ ਐਨਆਰਆਈ ਭਰਾਵਾਂ ਦਾ। ਦਰਸ਼ਨ ਸਿੰਘ ਧਾਲੀਵਾਲ, ਚਰਨਜੀਤ ਸਿੰਘ ਧਾਲੀਵਾਲ, ਸੁਰਜੀਤ ਸਿੰਘ ਰਖੜਾ ਔਰ ਤਮਾਮ ਜਿੰਨੇ ਵੀ ਇੱਥੇ ਐਨਆਰਆਈ ਭਰਾ, ਭਾਵੇਂ ਉਹ ਕਿਸੇ ਅਰਬ ਕੰਟਰੀ ਦੇ ਵਿੱਚ ਹੈ, ਚਾਹੇ ਉਹ ਕਿਤੇ ਅਮਰੀਕਾ ਕੈਨੇਡਾ ਦੇ ਵਿੱਚ ਹੈ, ਚਾਹੇ ਉਹ ਯੂਰੋਪੀਅਨ ਮੁਲਕਾਂ ਦੇ ਵਿੱਚ ਹੈ, ਪਰ ਉਹ ਆਪਣਾ ਹਿੱਸਾ, ਚਾਹੇ ਉਹ ਇਸ ਸੜਕ ਦੇ ਉੱਤੇ ਟ੍ਰੈਫਿਕ ਦੇ ਵਿੱਚ ਸੇਵਾ ਕਰ ਰਿਹਾ ਹੈ, ਚਾਹੇ ਉਹ ਲੰਗਰ ਦੇ ਵਿੱਚ ਕੋਈ ਹਿੱਸਾ ਪਾ ਰਿਹਾ, ਚਾਹੇ ਉਹ ਜੁਰਾਬਾਂ ਲਿਆ ਕੇ ਦੇ ਰਿਹਾ, ਤਾਂ ਆਪਣਾ ਯੋਗਦਾਨ ਇਸ ਸੰਘਰਸ਼ ਦੇ ਵਿੱਚ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਪਾਇਆ ਜਾ ਰਿਹਾ। ਤਾਂ ਇਹ ਤਸਵੀਰਾਂ ਤੁਸੀਂ ਲਗਾਤਾਰ ਅੱਜ ਕੁੰਡਲੀ ਬਾਰਡਰ ਦੀਆਂ ਦੇਖ ਰਹੇ ਹੋ, ਜਿੱਥੇ ਐਨਆਰਆਈ ਦਰਸ਼ਨ ਸਿੰਘ ਧਾਲੀਵਾਲ, ਸੁਰਜੀਤ ਸਿੰਘ ਰਖੜਾ ਤੇ ਚਰਨਜੀਤ ਸਿੰਘ ਧਾਲੀਵਾਲ ਦੇ ਵੱਲੋਂ, ਇਹਨਾਂ ਪਰਿਵਾਰਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਕਿਸਾਨਾਂ ਦੇ ਲਈ ਇੰਤਜ਼ਾਮ ਕੀਤੇ ਗਏ ਨੇ। ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਕੁੰਡਲੀ ਬਾਰਡਰ, ਦਿੱਲੀ।